दूसरा स्टैंड पड़ा है ना, वो लगा दो यहाँ पे वो लगा दो जिन्हें डालो। सही ना, वो सही ना, वो सही खराब है। चलो साहिब जी गुरु की परिवाज धन 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 श्री गुरु ग्रंथ साहिब जी महाराज कृपा करहो दीन के दाते। मेरा गुण अवगुण ना विचार हो कोई, माटी का क्या तो मैं स्वामी, जी मानस की गत तो त्यागे अरदास हमारी, जियो पिंड सब तेरा। कहो नानक सब तेरी वड्याई, तेरी वड्याई। कहो नानक सब तेरी वड्याई, जी कोई नाओ न जाने मेरा। तू दान दीवाना तू है मेरे स्वामी, मैं तुझे आगे अरदास मैं होर थाओ नाही, जिस पे करो विनंती। जी मेरा दुख सुख तुझ ही पास, मैं होर थाओ नाही, जिस पे करो विनंती। मेरा दुख सुख तुझ ही पास, लिखे विच लालो जी जन्म तुम्हारे लिखे, लिखे विच लालो जी जन्म तुम्हारे लिखे, लालो जी जन्म तुम्हारे साधु की गोद में बैठे हैं, पर हमारा समझ साधु साधु बन गया है। ऐसा करके पहले हिस्से में काश दुनिया में जगह में गई है, तीसरे दुनिया सारे कार्य के पलों की कोई रचना बनती ना रहे। अपना बैठे हैं जैसे शरीर की हाजरी न करेंगे, उसे मान की हाजरी लगेगी, दिल की हाजरी भी खाने लग रही है। खाली शरीर ना बैठा रहे, मन बाहर पड़ा करे। ऐसा करके सारे पढ़ लो, रसना पवित्र होने की तैयारी रखी। इतना संगत में आ जाती है, निर्गी में हो गया बोलना के नाल मिलेंगे, बेनती करो जरा छेती हो जाएगा। तैयारी बड़े बड़े कमाई वाले पुरुष बैठे हुए मिल के बेनती करिए साधु जी जन्म तुम्हारे
सतगुर आयो शरण तुम्हारी मिले सुख नाम हर शोभा जी चिंता लाहे हमारी। बहुत जन्म बिछड़े थे मांगो यह जन्म तुम्हारे लिखे। कह रविदास आस लग दीवो चिर भयो दर्शन देखे। जन्मा जन्मा दे विछोड़े पैंदे आए ने पर हुण ना विछोड़ी मालक। सतगुरु जी साजी अते निवाजी हुए गुरु खालसा गुरु रूप साध संगत जीओ। जितने भी भाई भाई दूरों नेड़े चल करके
ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕੇ ਗੁਰੂ ਦੇ ਪਵਿੱਤਰ ਗੋਦ ਵਿੱਚ ਬੈਠੇ ਹੋ। ਆਓ ਕੋਈ ਰਸਨਾ ਵਾਂਝੀ ਨਾ ਰਵੇ। ਮੈਂ ਅੱਗੇ ਵੀ ਅੱਜ ਕਰਦਾ ਰਹਿਣਾ ਹੈ, ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲਦਾ ਹੈ ਤੇ ਉਹ ਗੁਰੂ ਦੀ ਫਤਿਹ ਬੁਲਾਉਂਦਾ ਹੈ। ਫਤਿਹ ਬੁਲਾਉਣ ਤੋਂ ਕਦੇ ਗੁਰੇਜ਼ ਨਹੀਂ ਕਰਨਾ ਚਾਹੀਦਾ। ਸਾਰੇ ਜਾਣੇ ਝੁਕਾਈਏ ਸੀਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਤੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਆਪਾਂ ਜਾਣਦੇ ਹਾਂ ਸਾਰੇ ਜਾਣੇ ਰਲ ਮਿਲ ਕੇ ਭਾਈ ਸਾਹਿਬ ਦੇ ਗ੍ਰਹਿ ਵਿੱਚ ਸਤਿਗੁਰੂ ਨੇ ਚਰਨ ਪਾਏ, ਗ੍ਰਹਿ ਨੂੰ ਪਵਿੱਤਰ ਕੀਤਾ। ਜੋ ਕਿ ਧੁਰ ਕੀ ਬਾਣੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ। ਆਪ ਜੀ ਨੇ ਸਰਵਣ ਕੀਤੇ, 9ਵੇਂ ਮਹੱਲੇ ਦੇ ਸ਼ਲੋਕ ਜਲ ਪਾਣੀ ਛਕਿਆ ਹੈ। ਗੁਰੂ ਦੀ ਗੋਦ ਵਿੱਚ ਬੈਠੇ ਹੋ। ਆਓ ਕੁਝ ਕੁ ਸਮਾਂ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਹੋਰ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਜਿੰਨਾ ਵੀ ਸਮਾਂ ਸਤਿਗੁਰੂ ਆਪਣੇ ਚਰਨਾਂ ਵਿੱਚ ਲਵਾ ਲੈਣ। ਗੁਰਮੁਖੋ ਇਹ ਜਿਹੜੀ ਉਮਰ ਹੈ, ਇਹ ਜਿਹੜੇ ਸਵਾਸ ਨੇ, ਇਹ ਸਾਡੇ ਸਫਲ ਹੋ ਰਹੇ ਨੇ। ਉਮਰ ਉਹਾਂ ਦੇ ਲੇਖੇ ਦੇ ਵਿੱਚ ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ, ਇਹ ਜਿਹੜਾ ਸਵਾਸ ਇੱਕ ਇੱਕ ਸਵਾਸ ਸਾਡਾ ਸਫਲ ਹੋ ਰਿਹਾ ਹੈ। ਇਸ ਕਰਕੇ ਬੇਨਤੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ, ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੋਵੇ ਗੁਰੂ ਦੀ ਗੋਦ ਵਿੱਚ ਬੈਠੋ। ਜਿਹੜੇ ਉਧਰ ਆਧਰ ਘੁੰਮ ਰਹੇ ਨੇ ਉਹ ਸਤਿਗੁਰੂ ਦੇ ਚਰਨਾਂ ਵਿੱਚ ਬੈਠੋ, ਤੇ ਜਿਹੜੇ ਸੰਗਤ ਵਿੱਚ ਬੈਠੇ ਨੇ ਤੇ ਉਹ ਧਿਆਨ ਜੋੜ ਕੇ ਬੈਠੋ। ਮੈਂ ਵੇਖ ਰਿਹਾ ਹਿਲਜੁਲ ਬਹੁਤ ਹੋ ਰਹੀ ਹੈ। ਬੱਚਿਆਂ ਤੇ ਜਰਾ ਬੀਬੀਆਂ ਨੂੰ ਬੇਨਤੀ ਕਿ ਕੰਟਰੋਲ ਕਰ ਲਓ, ਜੋ ਕਿ ਅਸੀਂ ਘਰਾਂ ਵਿੱਚੋਂ ਕੰਮ ਸੰਕੋਚ ਕੇ ਵੀ ਆਏ ਹਾਂ। ਮਹਾਂਪੁਰਖ ਵੀ ਸਾਨੂੰ ਇਹੋ ਹੀ ਦੱਸਦੇ ਹੁੰਦੇ ਨੇ, ਘਰਾਂ ਚੋਂ ਟਾਈਮ ਕੱਢ ਕੇ ਆਪਾਂ ਨੂੰ ਇਸ ਬਾਬਾ ਵਾਲੀ ਘੜੀ ਮਿਲਦੀ ਹੈ, ਪਰ ਇੱਥੇ ਵੀ ਸਾਡਾ ਜੇ ਉਹੀ ਹਾਲ ਰਿਹਾ ਤੇ ਫਿਰ ਆਉਣ ਦਾ ਕੀ ਫਾਇਦਾ। ਜਦੋਂ ਆਪਾਂ ਸਤ ਸੰਗ ਵਿੱਚ ਜਾਂਦੇ ਆ, ਇਹ ਸੋਚ ਕੇ ਜਾਈਏ ਕਿ ਅੱਜ ਅਸੀਂ ਕੁਝ ਲੈਣ ਚੱਲੇ ਆ। ਇਹ ਨਾ ਚੱਲੀਏ ਕਿ ਕਿਸੇ ਖੰਡ ਪਾਠਾਂ ਦੇ ਭੋਗ ਪੈਣੇ ਆ ਤੇ ਚਲੋ ਮੱਥਾ ਟੇਕ ਆਈਏ। ਕੁਝ ਲੈਣ ਚੱਲੇ ਆ। ਜਦੋਂ ਇਹ ਸੋਚ ਕੇ ਜਾਵਾਂਗੇ ਤੇ ਕੁਝ ਲੈ ਕੇ ਵੀ ਆਵਾਂਗੇ। ਨਹੀਂ ਤੇ ਭੋਗ ਤੇ ਪੈ ਜਾਣੇ ਨੇ, ਕਥਾ ਵੀ ਹੋ ਜਾਣੀ ਤੇ ਕੀਰਤਨ ਵੀ ਹੋ ਜਾਣਾ, ਤੇ ਪਰ ਤੈਨੂੰ ਕੀ ਮਿਲਿਆ ਵਿੱਚੋਂ? ਤੂੰ ਤੇ ਜਿੱਦਾਂ ਦਾ ਆਇਆ ਸੀ ਉਦੋਂ ਦੇ ਤੁਰ ਗਿਆ। ਕੁਝ ਜੀਵਨ 'ਚ ਕ੍ਰਾਂਤੀਕਾਰੀ ਤਬਦੀਲੀ ਆਵੇ ਕਿ ਮੈਂ ਉੱਥੋਂ ਆਹ ਚੀਜ਼ ਲੈ ਕੇ ਆਂਦੀ ਹੈ, ਲੈ ਫਿਰ ਅੱਜ ਆਹ ਮੰਨ ਲਈ। ਅੱਜ ਗੁਰੂ ਜੀ ਕਹਿੰਦੇ ਨੇ ਸ਼ਰਾਬ ਪੀਣੀ ਮਾੜੀ ਹੈ, ਤੇ ਲੈ ਛੱਡ ਦਿੱਤੀ, ਇੱਕ ਚੀਜ਼ ਛੱਡਤੀ ਮੈਂ। ਦੂਜੇ ਦਿਨ ਫਿਰ ਜਾਓ, ਫਿਰ ਸਤਸੰਗ ਦੇ ਵਾਣ ਤੇ ਹੁੰਦੇ ਹੀ ਰਹਿੰਦੇ ਨੇ ਨਾ। ਇੱਕ ਇੱਕ ਚੀਜ਼ ਕਰਕੇ ਵੀ ਤੁਸੀਂ ਛੱਡ ਦਿਓਗੇ ਤੇ ਸਤਿਗੁਰੂ ਕਹਿੰਦੇ ਤੇਰਾ ਸਰੀਰ ਮੰਦਰ ਬਣ ਜਾਏਗਾ। ਮੰਦਰ ਬਾਹਰ ਆਪਾਂ ਬਿਲਡਿੰਗਾਂ ਵੱਡੀਆਂ ਵੱਡੀਆਂ ਕਹਿੰਦੇ, ਇੱਥੇ ਰੱਬ ਵਸਦਾ, ਇੱਥੇ ਮੱਥਾ ਟੇਕੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਪਣਾ ਸਰੀਰ ਫੋਲ ਕੇ ਵੇਖ ਤੇਰੇ ਅੰਦਰ ਵਸਦਾ, ਉੱਥੇ ਮੱਥਾ ਟੇਕ ਲਿਆ ਕਰਵਾਂਗੇ। ਜਦੋਂ ਪਵਿੱਤਰ ਹੁੰਦਿਆਂ ਸਰੀਰ ਇੰਨਾ ਪਵਿੱਤਰ ਹੋ ਜਾਏਗਾ, ਫਿਰ ਅੰਦਰ ਹੀ ਰੱਬ ਦਿਸੇਗਾ, ਤੈਨੂੰ ਬਾਹਰ ਨਹੀਂ। ਕਹੇਗਾ ਮੇਰੇ ਅੰਦਰ ਵੀ ਤਾਂ ਬੈਠਾ ਹੋਇਆ ਹੈ। ਘਟ ਘਟ ਮੈਂ ਹਰਜੂ ਬਸਾ ਹੈ। ਰੋਮ ਰੋਮ ਵਿੱਚ ਵਾਹਿਗੁਰੂ ਵਸਦਾ ਹੈ। ਤੇ ਗੁਰਮੁਖੋ ਇਹ ਕਦੋਂ ਪਤਾ ਲੱਗਦਾ ਹੈ? ਜਾਂ ਠੇਕੇ ਤੇ ਜਾਇਆ, ਜਾਂ ਸ਼ਿਲਮੇ ਹਾਲ ਵਿੱਚ ਜਾਇਆ, ਜਾਂ ਗੱਲਾਂ ਮਾਰਨ ਨਾਲ, ਜਾਂ ਨੰਦਿਆ ਚੁਗਲੀ ਕਰਨ ਨਾਲ ਨਹੀਂ ਪਤਾ ਲੱਗਦਾ। ਕਿੱਦਾਂ ਪਤਾ ਲੱਗਦਾ ਹੈ? ਸਤਿਗੁਰੂ ਕਹਿੰਦੇ ਗੁਰਦੁਆਰੇ ਆਏ ਸੋਝੀ ਪਾਏ ਸੀ। ਜਦੋਂ ਗੁਰੂ ਘਰ ਵਿੱਚ ਜਾਵਾਂਗੇ, ਬਾਣੀ ਸੁਣਾਂਗੇ, ਮਹਾਂਪੁਰਖਾਂ ਦੇ ਵਚਨ ਸੁਣਾਂਗੇ, ਤੇ ਕਹਿੰਦੇ ਉਦੋਂ ਪਤਾ ਲੱਗ ਜਾਏਗਾ ਕਿ ਰੱਬ ਵੀ ਤੇ ਸਾਡੇ ਅੰਦਰ ਬੈਠਾ, ਪਰ ਪਹਿਲਾਂ ਲੱਭਣਾ ਪੈਂਦਾ। ਜਿੱਦਾਂ ਕਹਿੰਦੇ ਹੁੰਦੇ ਨੇ ਮਹਾਂਪੁਰਖ, ਕਹਿੰਦੇ ਜਦੋਂ ਨਲਕਾ ਸੁੱਕ ਜਾਂਦਾ ਹੈ ਨਾ ਗੁਰਮੁਖੋ, ਤੇ ਉਹਦਾ ਪਾਣੀ ਬਾਹਰ ਕੱਢਣ ਵਾਸਤੇ ਬਾਹਰੋਂ ਪੌਣੀ ਪਾਣਾ ਪੈਂਦਾ ਹੈ, ਬਾਹਰੋਂ। ਤੇ ਜਦੋਂ ਬਾਹਰੋਂ ਪਾਣੀ ਪਾ ਕੇ ਜਦੋਂ ਅੰਦਰੋਂ ਪਾਣੀ ਬਾਹਰ ਆ ਗਏ, ਫਿਰ ਤੁਸੀਂ ਭਾਵੇਂ ਇਸ਼ਨਾਨ ਵੀ ਕਰ ਲਓ, ਪਾਣੀ ਖਤਮ ਨਹੀਂ ਹੁੰਦਾ। ਫਿਰ ਸਾਰਾ ਦਿਨ ਚਲਾਈ ਰੱਖੋ, ਫਿਰ ਉਹ ਖਤਮ ਨਹੀਂ ਹੋਵੇਗਾ। ਪਰ ਇੱਕ ਵਾਰੀ ਬਾਹਰੋਂ ਪਾਣੀ ਤੈਨੂੰ ਪਾਉਣਾ ਹੀ ਪਏਗਾ, ਇੱਕ ਵਾਰੀ ਤੇ ਕੋਸ਼ਿਸ਼ ਕਰਨੀ ਪੈਂਦੀ ਹੈ। ਐਸੇ ਹੀ ਜਿਹੜਾ ਅੰਦਰ ਹੈ, ਇੱਕ ਵਾਰੀ ਤੇ ਕੌੜਾ ਘੁੱਟ ਕਰਨਾ ਹੀ ਪਏਗਾ, ਉੱਠਣਾ ਹੀ ਪਏਗਾ ਅੰਮ੍ਰਿਤ ਵੇਲੇ। ਦੁਨੀਆ ਦੀਆਂ ਗੱਲਾਂ ਸੁਣਨੀਆਂ ਹੀ ਪੈਣਗੀਆਂ ਕਿ ਆਹ ਕਿਤੋਂ 3 ਵਜੇ ਦਾ ਪੜਨ ਲੱਗ ਜਾਂਦਾ। ਨਾ ਆਪ ਸੋਣਾ ਨਾ ਕਿਸੇ ਨੂੰ ਸੌਣ ਦੇਣਾ, ਇਹ ਹਕੀਕਤ ਹੈ। ਜੇ ਕੋਈ ਅੰਮ੍ਰਿਤ ਛਕ ਕੇ ਆ ਜਾਏ, ਕਹਿੰਦੇ ਆ ਹੁਣ ਬਾਬਾ ਬਣ ਗਿਆ, ਇਹ ਤੇ ਜਵਾਨੀ ਹੋਏ ਆਨੰਦ ਲੈਣ ਦੀ ਹੈ। ਇਹ ਹੁਣ ਤੋਂ ਹੀ ਬਾਬਾ ਬਣਿਆ ਫਿਰਦਾ। ਬਾਬਾ ਕਿਹੜਾ ਨਹੀਂ ਇਸ ਦੁਨੀਆ ਤੇ। ਤੇਰੇ ਸਰੀਰ ਅੰਦਰ ਹੀ ਬਾਬਾ ਭਾਇਆ ਹੈ, ਕਹਿੰਦੇ ਨੂੰ ਪ੍ਰਗਟ ਕਰ ਲੈ। ਸਾਡੇ ਅੰਦਰ ਹੀ ਬੈਠਾ ਹੈ ਗੁਰੂ।
ਤੇ ਗੁਰਮੁਖੋ ਜਿਹੋ ਜਿਹੇ ਬਾਬੇ ਕਹਿੰਦੇ ਆ ਇਦਾਂ ਦੇ ਤਾਂ ਸਾਰੇ ਹੀ ਬਣ ਜਾਣ। ਕਿਹੜਾ ਕਹਿੰਦਾ ਹੈ ਮੇਰਾ ਬਾਪੂ ਸ਼ਰਾਬ ਪੀਵੇ, ਕਿਹੜਾ ਇਹ ਜਿਹੜਾ ਕਹਿੰਦਾ ਹੈ ਮੇਰਾ ਬੱਚਾ ਨਸ਼ੇ ਕਰੇ, ਕਿਹੜਾ ਇਹ ਜਿਹੜਾ ਬਾਪੂ ਕਹਿੰਦਾ ਮੇਰਾ ਬੱਚਾ ਮਾੜੇ ਰਾਹ ਤੇ ਤੁਰ ਪਏ, ਜਾਂ ਕਿਹੜੀ ਮਾਂ ਕਹਿੰਦੀ ਹੈ ਜਾਂ ਕਿਹੜੀ ਭੈਣ ਕਹਿੰਦੀ ਹੈ ਕਿ ਮੇਰਾ ਭਰਾ ਇਸ ਕੰਮਾਂ ਵੱਲ ਤੁਰ ਪਏ। ਹਰੇਕ ਦਿਲ ਤੇ ਹਰੇਕ ਹੱਥ ਇਹੋ ਹੀ ਦੁਆਵਾਂ ਮੰਗਦੇ ਨੇ ਕਿ ਮੇਰਾ ਪਤੀ ਮੇਰਾ ਭਰਾ ਚੰਗੇ ਬੰਨੇ ਤੁਰ ਪਏ, ਮੇਰਾ ਪਿਤਾ ਚੰਗੇ ਬੰਨੇ ਚੱਲ ਪਏ। ਆਹ ਕੰਮ ਛੱਡ ਦੇ ਹਰੇਕ ਇਨਸਾਨ ਚਾਹੁੰਦਾ ਹੈ। ਤੇ ਫਿਰ ਬਾਬੇ ਬਣਨਾ ਕਿਹੜਾ ਮਾੜਾ ਹੈ? ਫਿਰ ਇਹੋ ਜਿਹਾ ਬਾਬਾ ਤੇ ਹਰੇਕ ਹੀ ਬਣਦੇ ਜਿਹੜਾ ਫਿਰ ਗੁਰੂ ਵਾਲੇ ਬੰਦੇ ਤੁਰ ਪਏ, ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਗਏ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹਨ ਲੱਗ ਗਏ। ਫਿਰ ਇਹੋ ਜਿਹੇ ਬਾਬੇ ਤਾਂ ਸਾਰੇ ਬਣ ਜਾਂਦੇ, ਕੋਈ ਮਾੜਾ ਨਹੀਂ ਨਾ ਕਰੋ। ਪਰ ਸਾਡੀ ਬਾਤ ਕਿਸਮਤੀ ਇਹ ਆਪਾਂ ਕਿਸੇ ਨੂੰ ਸਹਾਰਾ ਕੀ ਦੇਣਾ ਹੈ, ਅਸਾਂ ਜਾਂਦੇ ਨੂੰ ਧੱਕਾ ਮਾਰ ਕੇ ਸੁੱਟ ਦਿੰਦੇ ਹਾਂ। ਕਿਸੇ ਨੂੰ ਕੀ ਖਾਣਾ ਡਿੱਗਿਆ ਪਿਆ ਨੂੰ, ਜੇ ਕੋਈ ਚੱਲਦਾ ਜਾ ਰਿਹਾ ਆਪਣੇ ਰਸਤੇ ਤੇ ਉਹਨੂੰ ਧੱਕਾ ਮਾਰ ਕੇ ਸੁੱਟ ਦਿੰਦੇ ਆ, ਤੂੰ ਕਿਉਂ ਚੱਲਾ ਜਾ ਰਿਹਾ, ਜੇ ਮੈਂ ਡਿੱਗਿਆ ਤੇ ਤੂੰ ਵੀ ਡਿੱਗ। ਜੇ ਉਹ ਕਹਿੰਦਾ ਹੈ ਮੈਂ ਤਾਂ ਨਹੀਂ ਪੀਂਦਾ, ਕਹਿੰਦਾ ਰਿਸ਼ਤੇਦਾਰੀ ਚ ਆਇਆ ਹੈ ਪੀਲਾ ਪੀਲਾ, ਇੱਥੇ ਕਿਹੜਾ ਕੋਈ ਦੇਖਦਾ, ਉਹਲੇ ਹੋ ਗਿਆ ਪੀਲਾ, ਇੱਥੇ ਦੇਖਦਾ ਥੋੜੀ। ਤੇ ਫਿਰ ਜਿਹੜਾ ਕੱਚੇ ਹੁੰਦੇ ਨੇ ਉਹ ਕਹਿੰਦੇ ਨੇ ਚੱਲ ਫਿਰ ਕੁੜਮਾ ਚਾਰੀਏ ਤੇ ਪੀਣੀ ਪਏਗੀ। ਕਈ ਵਾਰੀ ਕਹੀਦਾ ਭਾਈ ਸਾਹਿਬ ਜੀ ਤੁਸੀਂ ਤਾਂ ਨਹੀਂ ਪੀਂਦੇ, ਕਹਿੰਦੇ ਬਾਬਾ ਜੀ ਅਸੀਂ ਨਹੀਂ ਪੀਂਦੇ ਪਰ ਕੁੜਮਾ ਚਾਰੀਏ, ਤੁਹਾਨੂੰ ਪਤਾ ਹੈ ਰਿਸ਼ਤੇਦਾਰੀ ਰੱਖਣੀ ਪੈਂਦੀ ਹੈ, ਧੱਕੇ ਨਾਲ ਹੀ ਪਿਆ ਦਿੰਦੇ। ਤੇ ਫਿਰ ਮੈਂ ਕਹਿੰਦਾ ਹੁਣ ਨਾ ਜਦੋਂ ਉੱਥੇ ਧਰਮਰਾਜ ਨੇ ਲੇਖਾ ਮੰਗਿਆ ਫਿਰ ਉੱਥੇ ਕੋਈ ਕੁੜਮ ਨਹੀਂ ਖੜਦਾ, ਫਿਰ ਨਹੀਂ ਕਹਿੰਦੇ ਆ ਜਾ ਕੁੜਮਾ ਬਚਾ ਲਾ। ਤੇ ਫਿਰ ਤੇ ਕਹੇ ਕਬੀਰ ਤੇਈ ਨਰ ਜਗ ਹੈ ਜਮ ਕਾ ਡੰਡ ਮੁੰਡ ਮਹਿਲਾ ਕਰ। ਫਿਰ ਆਪ ਨੂੰ ਲੇਖਾ ਦੇਣਾ ਹੈ, ਰੱਬ ਨੇ ਇਹ ਨਹੀਂ ਕਹਿਣਾ ਜਾ ਕੁੜਮ ਲਿਆ ਅੱਧਾ ਸਜ਼ਾ ਉਹਨੂੰ ਦੇ ਦੇ। ਇਹ ਤੂੰ ਕੀਤਾ ਤੇ ਤੈਨੂੰ ਹੀ ਭੋਗਣੇ ਪੈਣੇ ਨੇ, ਭੋਗੇ ਨੇ ਨਾ ਭਾਗੇ ਨੇ, ਇਹ ਜਾਣੇ ਕਿਤੇ ਨਹੀਂ ਉਦੋਂ ਤੱਕ, ਫਿਰ ਤਕਲੀਫ ਆਵੇਗੀ। ਤੇ ਗੁਰਮੁਖੋ ਜੇ ਕੋਈ ਕਹਿੰਦਾ ਮਾੜਾ ਕੰਮ ਕਰ, ਭਾਵੇਂ ਆਪ ਤੋਂ 100 ਗੁਣਾ ਵੱਡਾ ਹੋਵੇ, ਕਦੇ ਨਾ ਕਰੋ। ਜੇ ਬੱਚਾ ਵੀ ਕਹੇ ਨਾ 5 ਸਾਲਾਂ ਦਾ 7 ਸਾਲਾਂ ਦਾ ਘਰ ਵਿੱਚ ਜਿਹੜਾ ਹੈ ਕਿ ਬਾਪੂ ਆਹ ਕੰਮ ਮਾੜਾ ਹੈ, ਜੇ ਉਹ ਪਤਾ ਹੈ ਨਾ ਗਲਤ ਤੇ ਉਹ ਕੰਮ ਨਹੀਂ ਕਰਨਾ ਚਾਹੀਦਾ। ਜੇ ਗੱਲ ਵਧੀਆ ਹੈ ਆਪ ਤੋਂ ਛੋਟਾ ਸਮਝਾਵੇ ਤੇ ਤਾਂ ਵੀ ਸਮਝ ਜਾਓ। ਜੇ ਉਹ ਗਲਤ ਹੈ, ਜੇ ਬਾਪੂ ਕਹੇ ਜਾ ਕੇ ਪੁੱਤਰਾ ਲਿਆ ਦਿਆ ਫੜ ਕੇ ਲਿਆ ਇੱਥੋਂ, ਤੇ ਕਦੇ ਨਾ ਮੰਨਿਆ ਕਰੋਗਾ ਬੱਖੋ ਇਹ ਤੇ ਕੰਮ ਮਾੜਾ ਹੋ ਗਿਆ। ਕਈ ਮੈਂ ਵੇਖਿਆ, ਮੈਂ ਖੁਦ ਵੇਖੇ ਨੇ ਕਿ ਆਪ ਦੇ ਪੁੱਤਰ ਤੋਂ ਕਹਿਣਗੇ ਜੀ ਲੈ ਕੇ ਆ ਜਾ, ਗੁਰਮੁਖੋ ਫਿਰ ਆਪ ਨਰਕਾਂ ਦਾ ਭਾਗੀ ਬਣਾ ਰਹੇ ਆ। ਜੇ ਵੱਡਾ ਕਹੇ ਗਲਤ ਕੰਮ ਕਰ ਕਦੇ ਨਾ ਕਰੋ, ਗੁਰਮੁਖੋ ਗਲਤ ਤੁਹਾਨੂੰ ਪਤਾ ਹੈ ਬਿਜਲੀ ਦੀ ਤਾਰੇ ਹੱਥ ਲਾਵਾਂਗੇ ਤੇ ਕਰੰਟ ਮਾਰੇਗੀ, ਜੇ ਨਹੀਂ ਲਾਵਾਂਗੇ ਤਾਂ ਨਹੀਂ ਮਾਰੇਗੀ। ਅੱਜ ਦੇ ਜ਼ਮਾਨੇ ਵਿੱਚ ਬੜਾ ਜ਼ਮਾਨਾ ਗਾਂ ਨਿਕਲ ਚੁੱਕਿਆ, ਸਭ ਚੈਂਟ ਨੇ, ਪੜ੍ਹੇ ਲਿਖੇ ਨੇ ਬੱਚੇ ਸਾਰੇ, ਇਹ ਤੇ ਜਾਣਦੇ ਨੇ ਨਾ ਕਿਹਦੇ ਵਿੱਚ ਗਲਤ ਤੇ ਕਿਹਦੇ ਵਿੱਚ ਸੁੱਖ, ਇਹ ਤਾਂ ਸਾਰੇ ਜਾਣਦੇ ਆਪਾਂ ਕਿ ਗਲਤ ਕੰਮ ਕਿਹੜਾ ਹੈ ਤੇ ਸਹੀ ਕੰਮ ਕਿਹੜਾ ਹੈ। ਸਤਿਗੁਰੂ ਕਹਿੰਦੇ ਫਿਰ ਉਹ ਕੰਮ ਕਰ ਜਿਹੜਾ ਸਤਿਗੁਰੂ ਸਹੀ ਕਹਿੰਦੇ ਨੇ, ਨਹੀਂ ਤੇ ਇੱਕ ਦਿਨ ਪਛਤਾਉਣਾ ਪਵੇਗਾ। ਆਪਾਂ ਪੜ੍ਹਦੇ ਆ ਨਾ, ਇੱਕ ਦਿਨ ਰੋਣਾ ਪਵੇਗਾ। ਚੰਗਿਆਈਆਂ ਬੁਰਾਈਆਂ ਵਾਚਾ ਧਰਮ ਹਜ਼ੂਰ, ਕਰਨੀ ਆਪੋ ਆਪਣੀ ਤੇ ਕੇ ਨੇੜੇ ਦੂਰ। ਫਿਰ ਨਹੀਂ ਕਿਸੇ ਨੇ ਆਉਣਾ, ਇਹ ਤੇ ਆਪ ਜੋ ਕੀਤੇ ਨੇ ਫਿਰ ਹੱਥੀ ਵੱਢਣੇ, ਆਪ ਨੇ ਵੇਖੇ ਵੀ ਨੇ ਵੱਢਦੇ। ਤੁਸੀਂ ਮੇਰੇ ਤੋਂ ਵੱਡੇ ਬੈਠੇ ਹੋ, ਸਿਆਣੇ ਪਤਵੰਤੇ ਸੱਜਣ, ਜਿੱਦਾਂ ਦੇ ਬੀਜਦੇ ਆ ਫਿਰ ਵੱਢਦੇ ਵੀ। ਕਈ ਵਾਰੀ ਐਸੇ ਇਨਸਾਨ ਧਰਤੀ ਤੇ ਨੇ ਅੱਗੇ ਨਹੀਂ ਵੇੜਦੇ, ਇੱਥੇ ਹੀ ਰੱਬ ਸਜ਼ਾ ਦੇ ਦਿੰਦਾ ਹੈ। ਇਸ ਹੱਥ ਕਰੋ ਤੇ ਇਸ ਹੱਥ ਲਵੋ, ਮਿੰਟੋ ਮਿੰਟੀ ਹਿਸਾਬ ਕਰਦਾ ਹੈ, ਉਹਦੀ ਘੜੀ 1 ਸਕਿੰਟ 1 ਮਿੰਟ ਵੀ ਪਿੱਛੇ ਨਹੀਂ ਚੱਲਦੀ। ਫਿਰ ਕਹਿੰਦੇ ਉਹਨੇ ਏਦਾਂ ਕੀਤਾ ਤੇ ਉਹਦੇ ਨਾਲ ਏਦਾਂ ਹੋ ਗਿਆ। ਆਪਾਂ ਇੱਕ ਗੱਲ ਆਮ ਹੀ ਸੁਣੀ ਹੈ ਕਿ ਜੇ ਕਿਸੇ ਦਾ ਮਾੜਾ ਤੱਕੋਗੇ ਤੇ ਤੁਹਾਡਾ ਮਾੜਾ ਪਹਿਲਾਂ ਹੋ ਜਾਂਦਾ। ਇਹ ਗੱਲ ਪਰ ਚੱਲਣ ਤੇ ਸਾਰੇ ਹੀ ਕਹਿੰਦੇ ਨੇ। ਤੇ ਜੇ ਇਹ ਗੱਲ ਨੂੰ ਆਪਾਂ ਥੋੜਾ ਜਿਹਾ ਬਦਲ ਕੇ ਲੈ ਲਈਏ, ਇੱਕ ਬੰਦੇ ਕਹਿੰਦੇ ਆ ਨਾ ਜੇ ਕਿਸੇ ਦਾ ਮਾੜਾ ਹੋ ਜੇ ਤੇ ਆਪਣਾ ਮਾੜਾ ਪਹਿਲਾਂ ਹੋ ਜਾਂਦਾ। ਜੇ ਆਪਾਂ ਇਹ ਗੱਲ ਨੂੰ ਇਸ ਤਰ੍ਹਾਂ ਪਕੜ ਕਰੀਏ, ਕਿਸੇ ਦਾ ਚੰਗਾ ਸੋਚੋ ਤੇ ਮੇਰਾ ਚੰਗਾ ਪਹਿਲਾਂ ਹੋ ਜਾਏਗਾ। ਰੱਬਾ ਉਹਦੀ ਕੋਠੀ ਪਾ ਦੇ ਤੇ ਤੇਰੀ ਪਹਿਲਾਂ ਪੈ ਜਾਣੀ। ਰੱਬਾ ਉਹਨੂੰ ਕਾਰ ਗੱਡੀ ਦੇ ਦੇ ਤੇ ਸਤਿਗੁਰੂ ਕਹਿੰਦੇ ਲਖਾ ਕੇ ਲੈ ਲਾ, ਤੇਰੀ ਪਹਿਲਾਂ ਆ ਜਾਣੀ ਹੈ। ਕਿਉਂਕਿ ਕਿ ਪੜ੍ਹਨੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਬਾਬੇ ਨਾਨਕ ਦੀ ਬਾਣੀ ਸਵੇਰੇ ਸ਼ਾਮ ਹੀ ਸਾਨੂੰ ਮੌਕਾ ਦਿੰਦੀ ਰਹਿੰਦੀ ਏ ਕਿ ਚੰਗਾ ਸੋਚੇਗਾ ਤੇ ਤੇਰੇ ਨਾਲ ਚੰਗਾ ਹੀ ਹੋਵੇਗਾ। ਗੁਰਸਿੱਖਾ ਜੇ ਤੂੰ ਮੇਰਾ ਸਿੱਖ ਹੈ ਤੇ ਕਿਸੇ ਦੀ ਬੁਰਾਈ ਨਾ ਲੋਚ, ਬੁਰਾਈ ਨਾ ਲੋਚੀ, ਭੁੱਲ ਕੇ ਵੀ ਨਾ ਕਹੀਂ ਕਿ ਉਹਦਾ ਮਾੜਾ ਹੋ ਜਾਏ।
ਇਹ ਮੇਰੇ ਗੁਰਸਿੱਖ ਦਾ ਕਰਮ ਨਹੀਂ ਕਿ ਉਹਦਾ ਮਾੜਾ ਹੋ ਜੇ। ਗੁਰਸਿੱਖ ਤੇ ਉੱਠਦੇ ਆ, ਬਹਿੰਦੇ ਆ, ਖਲੋਂਦੇ ਆ, ਸੌਂਦੇ ਆ, ਹਰ ਵੇਲੇ ਹੀ ਕਹਿੰਦਾ ਰਹਿੰਦਾ ਵਾਹਿਗੁਰੂ ਸਾਰਿਆਂ ਨੂੰ ਸੁਖੀ ਬਸੇ, ਸਾਰੇ ਚੜ੍ਹਦੀ ਕਲਾ ਵਿੱਚ ਰਹਿਣ। ਅਸੀਂ ਕੀ ਲੈਣਾ ਕਿਸੇ ਨੂੰ ਮਾੜਾ ਚੰਗਾ ਕਹਿ ਕੇ। ਉਹ ਤਾਂ ਹਮੇਸ਼ਾ ਹੀ ਕਹਿੰਦੇ ਨੇ ਚੜ੍ਹਦੀ ਕਲਾ ਰਵੇ ਤੇਰੇ ਨਾਮ ਦੀ, ਹੋਵੇ ਸਰਬੱਤ ਦਾ ਭਲਾ। ਨਾਮ ਤੇਰੇ ਦੀ ਚੜ੍ਹਦੀ ਕਲਾ ਮਾਲਕਾ ਸਭ ਦਾ ਭਲਾ ਕਰੀ। ਹੋ ਸਕੇ ਤੇ ਕਿਸੇ ਦੇ ਚਰਨਾਂ ਦੇ ਪਿੱਛੇ ਸਾਡਾ ਵੀ ਭਲਾ ਕਰ ਦੇ। ਆਹ ਮੰਗ ਮੰਗਦਾ ਹੈ ਗੁਰਸਿੱਖ। ਪਰ ਅਸੀਂ ਬੈਠੇ ਵੀ ਕਈ ਵਾਰੀ ਸੰਗਤ ਵਿੱਚ ਹੁੰਦੇ ਆ ਤੇ ਮਾੜਾ ਕਿਸੇ ਹੋਰ ਨੂੰ ਕਹਿ ਰਹੇ ਹੁੰਦੇ ਆ ਜੀ ਉਹ ਮਾੜਾ ਹੈ, ਤੂੰ ਚੰਗਾ ਹੈ। ਗੁਰੂ ਦੀ ਝੂਰੀ ਵਿੱਚ ਬਹਿ ਕੇ ਤੂੰ ਕਹਿ ਰਿਹਾ ਉਹ ਮਾੜਾ। ਆਪਾਂ ਨੂੰ ਕਿਸੇ ਦੀ ਨਿੰਦਿਆ ਕਰਦੇ ਆ, ਕਿਸੇ ਦੀ ਚੁਗਲੀ ਕਰਦੇ ਆ, ਸਵਾਦ ਹੀ ਬੜਾ ਹੁੰਦਾ ਹੈ। ਕਈ ਇਨਸਾਨ ਮੈਂ ਵੇਖੇ ਨੇ, ਮਿਲਿਆ ਹੋਇਆ, ਜਦੋਂ ਤੱਕ ਉਹ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ, ਜਦੋਂ ਤੱਕ ਉਹ ਅੱਗੇ ਨਹੀਂ ਕਰਦੇ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ। ਇੱਕ ਹਜਮ ਜੀ ਵੀ ਨਹੀਂ ਹੁੰਦੀ ਕਿ ਉਹ ਗੱਲ ਕਹੀ ਕਿਸੇ ਨੇ, ਜਦੋਂ ਤੱਕ ਚਾਰ ਘਰਾਂ ਵਿੱਚ ਰੌਲਾ ਨਾ ਪਾਇਆ ਹੋਵੇ। ਤੇ ਕਦੇ ਸਿਆਣਿਆਂ ਨੇ ਕਿਹਾ ਨਾ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਇਹ ਤੇ ਗੱਲ ਸੱਚੀ, ਉਹ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ, ਹੰਝੂ ਵਹਿੰਦਿਆਂ ਵਹਿੰਦਿਆਂ ਵਹਿ ਜਾਂਦੇ। ਸੰਗ ਤੇ ਦੁੱਖ ਵਿਛੋੜੇ ਦਾ ਬੁਰਾ ਹੁੰਦਾ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਚੁਗਲ ਖੋਰਨਾ ਚੁਗਲੀਆਂ ਆਵਾਜ਼ ਆਉਂਦੇ, ਗੱਲ ਕਹਿੰਦੇ ਆ ਉਹਨਾਂ ਦਾ ਸੁਭਾਅ ਹੀ ਹੁੰਦਾ ਏ। ਪਰ ਜਿਹੜੇ ਗੁਰਸਿੱਖ ਨੇ ਉਹ ਨਹੀਂ, ਉਹ ਚਿੱਕੜ ਟੋਭਿਆਂ 'ਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੇ ਕਹਿੰਦੇ। ਜੇ ਇੱਕ ਕਰ ਵੀ ਦੇਵੇ ਕੋਈ ਗੱਲ ਨਹੀਂ ਕਰਦੇ, ਪਰ ਉਹਦੇ ਨਾਲ ਮੋਢਾ ਮੋਢਾ ਨਹੀਂ ਜੋੜਨਾ ਕਿ ਮੈਂ ਵੀ ਕਰਨਾ ਚਾਰ ਤੂੰ ਵੀ ਕਰ। ਜੇ ਕੋਈ ਕਰਦਾ ਵੀ ਇਹ ਠੀਕ ਹੈ ਭਾਈ, ਉਹ ਆਪਣੀ ਜਗ੍ਹਾ ਠੀਕ ਹੈ, ਪਰ ਮੈਨੂੰ ਤੇ ਬਾਬੇ ਨਾਨਕ ਨੇ ਇੱਥੋਂ ਤੱਕ ਸਿਖਾਇਆ ਹੈ ਕਿ ਵੀਰ ਸਭ ਤੇ ਹਮ ਬੁਰੇ। ਜਦੋਂ ਆਪ ਚੰਗੇ ਹੋ ਜਾਣਗੇ ਫਿਰ ਕਹਿ ਲਾਂਗੇ ਤੇ ਆਪ ਹੀ ਮਾੜੇ ਤੁਰੇ ਫਿਰਦੇ। ਜਿਹੜਾ ਆਪ ਚੰਗਾ ਹੋਵੇ ਉਹ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਤੁਸੀਂ ਵੱਡੇ ਲੋਕਾਂ 'ਚ ਮਿਲੇ ਹੋਣਾ, ਥੋੜੀ ਕੀਤੇ ਹੋ ਕਿਸੇ ਦੀ ਨਿੰਦਿਆ ਨਹੀਂ ਕਰਦੇ। ਤੇ ਸਾਡੇ ਵਿੱਚ ਜ਼ਿਆਦਾ ਗੋਰਿਆਂ ਦੇ ਦੇਸ਼ ਚੱਲ ਜਾਓ ਤੁਸੀਂ, ਗਏ ਨੇ ਤੁਹਾਡੇ ਰਿਸ਼ਤੇਦਾਰ ਬੜੇ, ਉਹ ਥੋੜੀ ਕੀਤੇ ਕਿਸੇ ਨੂੰ ਕਹਿੰਦੇ ਨਹੀਂ, ਉਹਨਾਂ ਵਿੱਚ ਹੈ ਹੀ ਨਹੀਂ ਇਹ ਚੀਜ਼। ਕੀ ਲੈਣਾ ਆਪਾਂ ਕਿਸੇ ਤੋਂ? ਸਭ ਸੁਖੀ ਨੇ, ਆਪਣੇ ਕੰਮਾਂ ਕਾਰਾਂ 'ਚ ਰੁੱਝੀ ਰਹਿੰਦੇ ਨੇ, ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਕਿ ਉਹ ਮਾੜਾ ਵਾ ਚੰਗਾ। ਜੇ ਬੁਰਾਈ ਲੱਭਦੇ ਨੇ ਤੇ ਆਪਣੇ ਚ ਲੱਭਦੇ ਨੇ। ਸਤਿਗੁਰੂ ਕਹਿੰਦੇ ਕਹਿ ਕੇ ਤੇ ਸਾਡਾ ਬਾਬਾ ਗਿਆ ਸੀ, ਪਰ ਫੋਲੋ ਅੰਗਰੇਜ਼ਾਂ ਨੇ ਕੀਤਾ, ਫੋਲੋ ਬਾਹਰਲਿਆਂ ਨੇ ਕੀਤਾ, ਕਿਹਾ ਤੇ ਸਾਡੇ ਬਾਬੇ ਨੇ। ਚਿੱਕੜ ਟੋਭਿਆਂ 'ਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਧਾਰੀਆਂ ਨੇ, ਉਹ ਬਗਲਿਆਂ ਵਿੱਚ ਨਹੀਂ ਰਲ ਜਾਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰਾਂ। ਜਿਹੜੇ ਹੰਸਾਂ ਨਾਲ ਰਹਿੰਦੇ ਨੇ ਉਹ ਫਿਰ ਡੱਡੂਆਂ ਨਾਲ ਨਹੀਂ ਮਿਲਦੇ। ਉਹਨਾਂ ਨੇ ਕੀ ਲੈਣਾ ਬੁਰਾਈ ਕਰਕੇ? ਉਹਨਾਂ ਨੂੰ ਪਤਾ ਹੈ ਕਿ ਇੱਕ ਦਿਨ ਲੇਖਾ ਦੇਣਾ ਪਵੇਗਾ। ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਫਿਰ ਕਿਉਂ ਮੂੰਹ ਲਟਕਾਉਣਾ ਕਿ ਮਹਾਰਾਜ ਕੱਖ ਨਹੀਂ ਕੀਤਾ। ਜੇ ਕੁਝ ਕਰਕੇ ਜਾਵਾਂਗੇ ਜ਼ਿੰਦਗੀ ਵਿੱਚ ਨਾਮ ਰਹੇਗਾ, ਉਹਨਾਂ ਦਾ ਨਾਮ ਰਹਿ ਜਾਂਦਾ ਜਿਹੜੇ ਕੁਝ ਕਰਕੇ ਜਾਂਦੇ ਨੇ। ਵੇਖੋ ਤੁਹਾਡੇ ਵਿੱਚ ਬੜੀ ਸੰਗਤ ਬੈਠੀ ਹੈ, ਕੋਈ ਕਿਸੇ ਮਹਾਂਪੁਰਖਾਂ ਨੂੰ ਮੰਨਦਾ, ਕੋਈ ਕਿਸੇ ਨੂੰ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਰ ਇੱਕ ਗੱਲ ਤੇ ਹਕੀਕਤ ਹੈ ਨਾ ਗੁਰਮੁਖੋ, ਉਹਨਾਂ ਨੂੰ ਗਿਆਂ ਨੂੰ ਕਿੰਨਾ ਚਿਰ ਹੋ ਗਿਆ, ਪਰ ਉਹ ਅੱਜ ਵੀ ਜਿਉਂਦੇ ਨੇ। ਕੋਈ ਕਹਿ ਸਕਦਾ ਚਲੇ ਗਏ? ਕੋਈ ਨਹੀਂ ਕਹਿ ਸਕਦਾ। ਪਿਆਰ ਵਾਲਿਆਂ ਦੇ ਦਿਲਾਂ ਵਿੱਚ ਰਹਿੰਦੇ ਨੇ। ਤੇ ਮੈਂ ਅਰਜ਼ ਕਰਦਾ ਰਹਿੰਦਾ, ਜਿਹੜਾ ਦਿਲਾਂ ਵਿੱਚ ਰਹਿੰਦੇ ਨੇ ਉਹ ਬਾਹਰੋਂ ਚਲੇ ਜਾਣ ਤੇ ਕੋਈ ਫਰਕ ਨਹੀਂ ਪੈਂਦਾ। ਤੇ ਜਿਹੜੇ ਬਾਹਰ ਹੀ ਬਾਹਰ ਹੈ, ਉਹ ਭਾਵੇਂ ਕਹਿੰਦੇ ਤੁਸੀਂ 100 ਗੁਣਾ ਕਹੀਦਾ ਅਸੀਂ ਤੁਹਾਡੇ ਨਾਲ ਆ ਜੀ, ਅਸੀਂ ਤੁਹਾਡੇ ਹੀ ਆ। ਅੱਖਾਂ ਤੋਂ ਓਲੇ ਹੋਣ ਦੀ ਦੇਰ, ਮਰ ਗਿਆ ਤੇ ਮਰ ਗਿਆ, ਫਿਰ ਕੀ ਸਾਡਾ ਕੀ ਲੈ ਗਿਆ। ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਮਹਾਰਾਜ ਵੱਡੇ ਬਾਬਾ ਈਸਰ ਸਿੰਘ ਜੀ ਰਾਡੇ ਵਾਲੇ ਗੁਰਮੁਖੋ 75 ਵਿੱਚ ਸਰੀਰ ਛੱਡਿਆ ਹੈ ਉਹਨਾਂ ਨੇ। ਤਾਂ ਪਿਆਰ ਕਰਨ ਵਾਲੇ ਅੱਜ ਵੀ ਬੈਠੇ ਨੇ, ਉਹਨਾਂ ਨੂੰ ਦਰਸ਼ਨ ਵੀ ਨਹੀਂ ਕੀਤੇ ਉਹਨਾਂ ਦੇ। ਪਰ ਜੇ ਕਿਤੇ ਨਾਮ ਆ ਜਾਏ ਉਹਨਾਂ ਦੀ ਬਰਸੀ ਤੇ ਜਾ ਕੇ ਵੇਖ ਲਓ ਤੁਸੀਂ, ਪਤਾ ਨਹੀਂ ਕਿੰਨੇ ਅੱਖਾਂ ਵਿੱਚੋਂ ਹੰਝੂ ਉਹਨਾਂ ਦੇ ਡਿੱਗ ਪੈਂਦੇ ਨੇ ਪਿਆਰ ਵਾਲਿਆਂ ਦੇ। ਅਜੇ ਤੱਕਿਆ ਵੀ ਨਹੀਂ ਸੀ ਉਹਨਾਂ ਨੂੰ। ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ ਕਿੰਨੇ ਪਿਆਰ ਕਰਨ ਵਾਲੇ ਬੈਠੇ ਨੇ, ਕਈਆਂ ਨੇ ਦਰਸ਼ਨ ਨਹੀਂ ਕੀਤੇ, ਪਰ ਅੱਖਾਂ ਚੋਂ ਹੰਝੂ ਆ ਜਾਂਦੇ ਨੇ। ਉਹ ਮਰ ਕੇ ਵੀ ਨਹੀਂ ਮਰਦੇ। ਮੈਂ ਇਹ ਕਹਿਣਾ ਚਾਹੁੰਦਾ ਹੈ, ਸਾਡੇ ਵਰਗੇ ਸਾਹ ਲੈਂਦੇ ਬੈਠੇ ਨੇ, ਕੋਈ ਪਾਣੀ ਦਾ ਗਲਾਸ ਨਹੀਂ ਪੁੱਛਦਾ। ਜਿਉਂਦੇ ਬੈਠੇ ਨੇ, ਆਪਣੇ ਆਪ ਨੂੰ ਬੰਦੇ ਕਹਾਉਂਦੇ ਆ ਆਪਾਂ, ਪਰ ਕੋਈ ਪਾਣੀ ਪੁੱਛ ਕੇ ਰਾਜੀ ਨਹੀਂ। ਕਿਉਂ ਉਹਨਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਏ? ਅੱਗੇ ਅਰਜ਼ ਕਰਦਾ ਰਹਿੰਦਾ, ਇੱਥੇ ਵੀ ਕਰ ਦਿੰਦਾ। ਉਹੀ ਟਰਾਲੀ ਹੁੰਦੀ ਏ, ਉਹੀ ਟਰੈਕਟਰ ਹੁੰਦਾ ਏ, ਉਹੀ ਗੱਡੀ ਹੁੰਦੀ ਏ,
ਜਿਹਨੂੰ ਲੋਕੀ ਕਹਿੰਦੇ ਨੇ ਖਜਾੜਾ ਜੀ ਪਰੇ ਕਰ ਲਾ ਘਟਾ ਪਾਈ ਜਾਂਦਾ, ਇਹਨੂੰ ਪਰੇ ਕਰ ਲਾ। ਕੋਈ ਡਾਕਟਰ ਨੂੰ ਮੱਥਾ ਨਹੀਂ ਟੇਕਦਾ, ਕੋਈ ਟਰਾਲੀ ਨੂੰ, ਕੋਈ ਗੱਡੀ ਨੂੰ ਅੱਜ ਤੱਕ ਵੇਖਿਆ ਵੀ ਮੱਥਾ ਟੇਕਣ ਲੱਗ ਜਾਏ? ਪਰ ਵੇਖਿਆ ਹੋਣਾ ਜ਼ਰੂਰ, ਜਦੋਂ ਨਗਰ ਕੀਰਤਨ ਨਿਕਲੇ, ਜੇ ਉਹ ਗੱਡੀ ਵਿੱਚ ਗੁਰੂ ਮਹਾਰਾਜ ਦਾ ਸਰੂਪ ਬਹਿ ਜੇ ਤੇ ਗੁਰਮੁਖੋ ਸਾਰੇ ਗੱਡੀ ਨੂੰ ਮੱਥਾ ਟੇਕਣ ਲੱਗ ਜਾਂਦੇ ਨੇ, ਮਹਾਰਾਜ ਦਾ ਸਰੂਪ ਬਹਿ ਗਿਆ। ਜੇ ਉਹੀ ਟਰਾਲੀ ਜਿਹਨੂੰ ਲੋਕੀ ਕਹਿੰਦੇ ਨੇ ਪਰੇ ਕਰ ਲਾ, ਜੇ ਉਹਦੇ ਵਿੱਚ ਸਤਿਗੁਰੂ ਦਾ ਸਰੂਪ ਹੋਵੇ, ਗੁਰੂ ਦੇ ਪੰਜ ਪਿਆਰੇ ਹੋਣ, ਤੇ ਉਹੀ ਟਰਾਲੀ ਨੂੰ ਸਾਰੇ ਮੱਥਾ ਟੇਕਣ ਲੱਗ ਜਾਂਦੇ ਨੇ। ਕਿਉਂ? ਜਿਹਨੂੰ ਕਦੇ ਖਜਾੜਾ ਕਹਿੰਦੇ ਸੀ ਕੋਈ ਪੁੱਛਦਾ ਨਹੀਂ, ਜਦੋਂ ਗੁਰੂ ਮਹਾਰਾਜ ਬਹਿ ਗਏ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਤੇ ਸਾਰੇ ਮੱਥਾ ਟੇਕਣ ਲੱਗ ਜਾਂਦੇ ਨੇ। ਇਦਾਂ ਹੀ ਸਾਡਾ ਸਰੀਰ ਹੈ, ਜਦੋਂ ਇਹਦੇ ਵਿੱਚ ਬਾਣੀ ਦਾ ਪ੍ਰਕਾਸ਼ ਹੋ ਗਿਆ ਤੇ ਇਹਨੂੰ ਦੁਨੀਆ ਮੱਥੇ ਟੇਕਣ ਲੱਗ ਜਾਂਦੀ ਹੈ। ਜਦੋਂ ਇਸ ਦੇਹ ਵਿੱਚ ਬਾਣੀ ਦਾ ਪ੍ਰਕਾਸ਼ ਹੋ ਗਿਆ, ਗੁਰੂ ਦਾ ਪ੍ਰਕਾਸ਼ ਹੋ ਗਿਆ, ਜਿਹੜੇ ਬਾਤ ਨਹੀਂ ਪੁੱਛਦੇ ਫਿਰ ਗੁਰਮੁਖੋ ਤੇਰੇ ਵੱਡੇ ਵੱਡੇ ਤੇਰੇ ਚਰਨਾਂ ਤੇ ਢਹਿ ਪੈਣਗੇ। ਕਿਉਂ? ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਕਰੇ ਸਭ ਕੋਈ। ਜਦੋਂ ਰੋਮ ਰੋਮ ਵਿੱਚ ਵਸ ਜਾਂਦੇ ਨੇ ਨਾ ਗੁਰਮੁਖੋ, ਫਿਰ ਨਾ ਚਾਹੁੰਦਿਆਂ ਵੀ ਮੱਥਾ ਟੇਕਿਆ ਜਾਂਦਾ ਹੈ। ਜਿਹੜਾ ਕਹਿ ਕੇ ਕਹਾਇਆ ਜੀ ਮੱਥਾ ਟੇਕੋ, ਉਹ ਮੱਥਾ ਨਹੀਂ ਹੁੰਦਾ, ਉਹ ਤੇ ਦਿਖਾਵਾ ਹੁੰਦਾ। ਇਹ ਮੱਥਾ ਕਿਹੜਾ ਹੁੰਦਾ ਹੈ? ਕਹਿੰਦੇ ਜਿਸ ਵੇਲੇ ਮਨ ਹੋਏ ਆਨੰਦ ਸੋ ਸਤਿਗੁਰ, ਜਿਹਨੂੰ ਮਿਲਦਿਆਂ ਸਾਰ ਮੱਥੇ ਤੇ ਤਿਉਣੀ ਨਾ ਪਵੇ, ਖੁਸ਼ੀ ਦੀ ਲਹਿਰ ਆ ਜਾਏ, ਮੱਥਾ ਕੁਦਰਤੀ ਹੀ ਝੱਕਦੇ, ਕਹਿੰਦੇ ਉਹ ਹੁੰਦੇ ਨੇ ਮਹਾਂਪੁਰਖ। ਉਹ ਤੇ ਧੂੜ ਕਿਤੇ ਚਰਨਾਂ ਦੀ ਮਿਲ ਜਾਏ ਤੇ ਤਕਦੀਰਾਂ ਬਦਲ ਜਾਂਦੀਆਂ ਨੇ। ਤਕਦੀਰਾਂ ਜਿਹੜੇ ਕਮਾਈ ਵਾਲੇ ਨੇ ਉਹ ਮਰ ਕੇ ਵੀ ਨਹੀਂ ਮਰਦੇ ਗੁਰਮੁਖੋ। ਕੋਈ ਕਹਿੰਦਾ ਮੈਨੂੰ ਇਹਦੀ ਬਿਮਾਰੀ ਹੈ, ਕੋਈ ਕਹਿੰਦਾ ਇਹਦੀ ਹੈ, ਕੋਈ ਕਹਿੰਦਾ ਕਿ ਤੰਦਰੁਸਤ ਹਾਂ, ਪਰ ਦਿਲ ਤੇ ਹੱਥ ਰੱਖ ਕੇ ਵੇਖੋ ਤੰਦਰੁਸਤ ਅਸੀਂ ਵੀ ਹੈ ਨਹੀਂ। ਕਾਹਦੇ ਜੀ? ਕਾਹਦੇ ਬਿਮਾਰੀ? ਅਸੀਂ ਤੇ ਚੰਗੇ ਭਲੇ ਆ, ਬਿਮਾਰੀ ਲੱਗੀ ਹੋਈ ਹੈ। ਕਹਿੰਦੇ ਜੀ ਕਾਹਦੀ? ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅੰਮ੍ਰਿਤ ਲੁਟੈ, ਮਨਮੁਖ ਨਹੀਂ ਬੁਝੈ। ਕਹਿੰਦੇ ਇਹ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਮਨਮੁਖ ਬੁਝਦਾ ਹੀ ਨਹੀਂ। ਜਾਗ ਲੈ ਹੋਣਾ, ਅਜੇ ਤੇਰੇ ਅੰਦਰ ਕੋਈ ਲੁੱਟਦਾ ਪਿਆ ਹੈ, ਤੈਨੂੰ ਪਤਾ ਹੀ ਨਹੀਂ। ਤੇਰੇ ਅੰਦਰ ਬੈਠਾ ਹੈ, ਤੈਨੂੰ ਹਰ ਵੇਲੇ ਹਰ ਪਲ ਤੈਨੂੰ ਖਾ ਰਿਹਾ ਹੈ, ਪਰ ਪਤਾ ਹੀ ਨਹੀਂ ਕਿ ਕਿਧਰੋਂ ਕਹਿੰਦੇ ਆ ਕੋਈ ਗੱਲ ਨਹੀਂ। ਪਰ ਜਦੋਂ ਸਤਿਗੁਰੂ ਦੀ ਬਾਣੀ ਦਾ ਪ੍ਰਕਾਸ਼ ਹੋ ਗਿਆ, ਇਹ ਮਰ ਜਾਣਗੇ ਤੇ ਫਿਰ ਹਰ ਇੱਕ ਨੂੰ ਚੰਗਿਆਂ ਕਹੇਗਾ ਮਨਾ ਤੂੰ ਸਭ ਤੋਂ ਮਾੜਾ ਹੈ। ਪਰ ਆਪਾਂ ਉਹ ਚੀਜ਼ ਇਕੱਠੀ ਕਰਨੀ ਆ ਜਿਹੜੀ ਸਾਨੂੰ ਛੱਡਣੀ ਚਾਹੀਦੀ। ਇੱਥੇ ਆ ਕੇ ਉਹ ਚੀਜ਼ ਇਕੱਠੀ ਕਰਕੇ ਲੈ ਜਾਂਦੇ ਆ ਜੀ, ਅੱਜ ਉੱਥੇ ਆ ਹੋਇਆ, ਅੱਜ ਫਲਾਣੇ ਨੇ ਆ ਕੀਤਾ, ਉੱਥੇ ਆ ਲੜ ਪਿਆ, ਉੱਥੇ ਅੱਜ ਆ ਉਹਨੇ ਆ ਗੱਲ ਕੀਤੀ ਤੇ ਮੈਂ ਸੁਣ ਲਈ, ਤੇ ਤੂੰ ਵੀ ਤੇ ਵਿੱਚ ਹੀ ਸੀ, ਤੇਰਾ ਧਿਆਨ ਹੀ ਉੱਧਰ ਸੀ। ਜਦੋਂ ਧਿਆਨ ਹੀ ਗੁਰੂ ਦੀ ਬਾਣੀ ਵੱਲ ਹੋਵੇ, ਗੁਰੂ ਦੀਆਂ ਗੱਲਾਂ ਵੱਲ ਹੋਵੇ, ਫਿਰ ਕਿਹੜਾ ਗਿਆ ਕਿਹੜਾ ਆਇਆ। ਕਈ ਜਗ੍ਹਾ ਸਮਾਗਮਾਂ ਤੇ ਜਾਈਦਾ ਗੁਰਮੁਖੋ, ਗੁਰੂ ਦੇ ਪਿਆਰੇ 10 ਵਜੇ ਤੋਂ ਲੈ ਕੇ ਬਹਿ ਜਾਂਦੇ ਨੇ, 4 ਵਜ ਜਾਂਦੇ ਨੇ, ਪਰ ਉੱਥੇ ਦੇ ਉੱਥੇ ਉੱਠਦੇ ਨਹੀਂ। ਇੱਥੇ ਕਈਆਂ ਨੂੰ ਵੇਖਿਆ 5 ਮਿੰਟਾਂ ਬਾਅਦ ਭੱਜ ਗਏ ਜੀ, ਫੇਰ ਆ ਗਏ ਜੀ, ਫੇਰ ਚਲੇ ਗਏ ਜੀ। ਉਹ ਟਿਕਾਈ ਨਹੀਂ, ਕਿਉਂਕਿ ਗੁਰੂ ਦੀ ਬਾਣੀ ਚੋਂ ਸ਼ਾਂਤੀ ਨਹੀਂ ਮਿਲਦੀ। ਸ਼ਾਂਤੀ ਤਾਂ ਲਈ ਜਾਂਦੀ ਹੈ ਜੇ ਲੈ ਸਕੋ ਤਾਂ। ਵੇਖੋ ਨਾ, ਮੈਂ ਅੱਗੇ ਅਰਜ਼ ਕਰਤੀ ਸੀ ਕਿ ਬਾਬਾ ਨਾਨਕ ਨਹੀਂ ਬਦਲਿਆ। ਬਾਬਾ ਨਾਨਕ ਤੇ ਉਹ ਹੀ ਹੈ ਜਿਹੜੇ ਕਦੇ ਭਾਈ ਲਾਲੋ ਦੇ ਪ੍ਰਸ਼ਾਦੇ ਛਕ ਗਿਆ ਸੀ ਸੁੱਕੇ, ਉਹ ਅੱਜ ਵੀ ਛਕ ਲੇਗਾ। ਕੋਈ ਛਕਾਉਣ ਵਾਲਾ ਆਵੇ। ਜਿਹੜਾ ਧੰਨੇ ਨੇ ਰੱਬ ਪੱਥਰਾਂ ਚੋਂ ਪਾ ਲਿਆ ਸੀ, ਉਹ ਤੇ ਅੱਜ ਵੀ ਆ ਜਾਏਗਾ। ਕੋਈ ਲਿਆਉਣ ਵਾਲਾ ਆ ਜਾਏ, ਉਹ ਤੇ ਅੱਜ ਵੀ ਪ੍ਰਗਟ ਹੋ ਜਾਏਗਾ। ਕੋਈ ਪ੍ਰਗਟ ਕਰਨ ਵਾਲਾ ਆ ਜਾਏ, ਉਹ ਤੇ ਅੱਜ ਵੀ ਸੁਣਦਾ ਹੈ। ਕੋਈ ਸੁਣਾਉਣ ਵਾਲਾ ਆ ਜਾਏ ਤੇ ਅੱਜ ਵੀ ਝੂਠੇ ਵੇਰ ਛਕ ਲੇਗਾ। ਕੋਈ ਛਕਾਉਣ ਵਾਲਾ ਆ ਜਾਏ, ਉਹ ਤੇ ਅੱਜ ਵੀ ਬਿਦਰ ਵਰਗਿਆਂ ਦੇ ਜਾਣ ਲਈ ਤਿਆਰ ਹੈ। ਕੋਈ ਲਿਆਉਣ ਵਾਲਾ ਆ ਜਾਏ। ਵੇਖੋ ਆਏ ਨਹੀਂ, ਸਮੇਂ ਸਮੇਂ ਦੀ ਗੱਲ। ਕਲਯੁਗ ਵਿੱਚ ਗੁਰੂ ਨਾਨਕ ਪਾਤਸ਼ਾਹ ਆਏ, ਸਤਯੁਗ ਵਿੱਚ ਕੋਈ, ਕਲਯੁਗ ਵਿੱਚ ਸਤਿਗੁਰੂ ਆਏ। ਪਰ ਵੇਖੋ ਗੁਰਮੁਖੋ, ਅੱਜ ਦੇ ਦੌਰ ਦੀ ਗੱਲ ਕਰੀਏ, ਉਦੋਂ ਵੀ ਜਾਂਦੇ ਸੀ ਤੇ ਅੱਜ ਵੀ ਜਾਂਦੇ ਨੇ। ਵੇਖੋ ਅੱਜ ਬੈਠੇ ਨਹੀਂ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਇਹ ਕਿਸੇ ਤੋਂ ਘੱਟ ਨੇ। ਕੱਖਾਂ ਦੀ ਕੁੱਲੀ ਵਿੱਚ ਆ ਕੇ ਬੈਠੇ ਨੇ, ਜਿਨ੍ਹਾਂ ਦੇ ਸੋਨੇ ਦੇ ਮੰਦਿਰ ਨੇ। ਹਰਿਮੰਦਰ ਸਾਹਿਬ ਗਏ ਹੋ ਤੁਸੀਂ, ਸੋਨੇ ਦੇ ਮੰਦਿਰ ਨੇ। ਸੋਨਿਆਂ ਦੇ ਮੰਦਿਰ ਦਾ ਮਾਲਕ ਅੱਜ ਕੱਖਾਂ ਦੀ ਕੁੱਲੀ ਵਿੱਚ ਆ ਕੇ ਬਹਿ ਸਕਦਾ। ਕੋਈ ਲਿਆਉਣ ਵਾਲਾ ਆ ਜਾਏ
ਸੋਨੇ ਦੀ ਪਾਲਕੀ ਹੈ ਸਤਿਗੁਰੂ ਦੀ ਹਰਮੰਦਰ ਸਾਹਿਬ ਦੇ ਵਿੱਚ ਤੇ ਅੱਜ ਸਤਿਗੁਰੂ ਆਮ ਮਾਮੂਲੀ ਤਖਤ ਤੇ ਬੈਠੇ ਨੇ, ਬਸ ਕੋਈ ਲਿਆਉਣ ਵਾਲਾ ਆ ਜਾਏ। ਗੁਰੂ ਨਹੀਂ ਬਦਲਿਆ, ਸਾਡੇ ਮਨ ਦੀ ਸ਼ਰਧਾ ਤੇ ਭਾਵਨਾ ਬੇਸ਼ੱਕ ਬਦਲ ਜੇ ਪਰ ਗੁਰੂ ਨਹੀਂ ਬਦਲਦਾ। ਸਿੱਖ ਭੁੱਲਦਾ ਭੁੱਲ ਜਾਏ ਪਰ ਗੁਰੂ ਨਹੀਂ ਭੁਲਾਉਂਦਾ, ਕੀ ਮੇਰੇ ਹੀ ਸਿੱਖ ਹੈ। ਉਹ ਤੇ ਬਖਸ਼ਣ ਲਈ ਤਿਆਰ ਹੈ, ਬਸ ਬਖਸ਼ਾਉਣ ਵਾਲੇ ਬਣ ਜੀਏ। ਭਾਈ ਗੁਰਦਾਸ ਜੀ ਦੇ ਬਚਨ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ आगे हुए लेता है। ਕਹਿੰਦੇ ਇੱਕ ਕਦਮ ਆ ਰਹੇ, ਸਤਿਗੁਰੂ ਕਰੋੜਾਂ ਕਦਮ ਅੱਗੋਂ ਲੈਣ ਆਉਂਦੇ ਨੇ। ਪਰ ਸਾਡਾ ਹਾਲ ਉਹ ਹੈ ਕਿ ਕਹਿੰਦੇ ਜਿੱਦਾਂ ਬੱਚਾ ਆਪਣੀ ਮਾਂ ਨੂੰ ਛੱਡ ਕੇ ਤੇ ਦੂਸਰਿਆਂ ਦੇ ਲੱਤਾਂ ਵਿੱਚ ਵੱਜਦਾ ਫਿਰਦਾ ਹੈ, ਤੇ ਫਿਰ ਅੱਗੋਂ ਲੱਤਾਂ ਹੀ ਪੈਣਗੀ ਨਾ, ਦੁੱਧ ਤਾਂ ਨਹੀਂ ਨਾ ਮਿਲਣਾ। ਕਹਿੰਦੇ ਉਹ ਹਾਲ ਸਾਡਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਹੀ ਬਾਬਿਆਂ ਦੇ ਮਗਰ ਤੁਰ ਪੈਂਦੇ ਆ। ਕਿਹਨੇ ਪਾਰ ਉਤਾਰਾ ਕਰਨਾ? ਜਿੱਧਰ ਕੋਈ ਦੱਸ ਦੇ ਬਸ ਉਧਰ ਹੀ ਤੁਰ ਪੋ, ਜਿੱਧਰ ਕੋਈ ਲੈ ਗਿਆ ਉਧਰ ਹੀ ਚਲੇ ਜਾਓ। ਸਤਿਕਾਰ ਸਭ ਦਾ ਕਰੋ, ਸਭ ਸਤਿਕਾਰਯੋਗ ਨੇ, ਪਰ ਜਿੱਥੇ ਗੱਲ ਗੁਰੂ ਦੀ ਆਉਂਦੀ ਹੈ ਫਿਰ ਤੇ ਆਗਿਆ ਭਈ ਅਕਾਲ ਕੀ ਤਬ ਹੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਤੇ ਹਕੀਕਤ ਹੈ ਨਾ, ਜਦੋਂ ਗੱਲ ਗੁਰੂ ਦੀ ਆ ਜਾਏ ਤੇ ਫਿਰ ਗੁਰੂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਇੱਕ ਕਦਮ ਆ ਜਾਓ ਕਰੋੜਾਂ ਕਦਮ ਆਉਂਦੇ ਨੇ। ਸਾਡੇ ਮਹਾਂਪੁਰਖ ਪੜ੍ਹਦੇ ਹੁੰਦੇ ਸੀ, ਸਤਿਗੁਰ ਕੋਟ ਪੈਂਡਾ ਅੱਗੋਂ ਲੈਣ ਆਉਂਦੇ ਨੇ। ਸਿਆਣੇ ਕਹਿੰਦੇ ਨੇ ਨਾ, ਕੁਝ ਪਾਉਣ ਲਈ ਕੁਝ ਗਵਾਉਣਾ ਪੈਂਦਾ ਹੈ, ਉੱਚੇ ਉੱਠਣ ਲਈ ਨੀਵਾਂ ਡਿੱਗਣਾ ਪੈਂਦਾ ਹੈ। ਇਹ ਤਾਂ ਹਕੀਕਤ ਹੈ, ਕੁਝ ਕਰਨਾ ਤੇ ਪਵੇਗਾ ਨਾ। ਜਦੋਂ ਭਾਂਡਾ ਸਾਫ਼ ਹੋਵੇਗਾ ਤੇ ਤਦ ਹੀ ਸਤਿਗੁਰੂ ਆਉਣਗੇ। ਜਦੋਂ ਮਨ ਰੂਪੀ ਭਾਂਡਾ ਮੈਲਾ ਹੈ ਤੇ ਫਿਰ ਮਾਂ ਦਾ ਵੀ ਦਿਲ ਨਹੀਂ ਕਰਦਾ ਇਹ 'ਚ ਸਬਜ਼ੀ ਪਾ ਦਿਆਂ, ਇਹ 'ਚ ਕੋਈ ਚੀਜ਼ ਸੁੱਟ ਦਿਆਂ, ਤੇ ਫਿਰ ਉਹ ਤਾਂ ਸਾਡੇ ਗੁਰੂ ਨੇ ਕਿੱਦਾਂ ਪਾ ਦੇਣਗੇ। ਜਦੋਂ ਮਨ ਸਾਫ਼ ਹੋ ਜਾਏਗਾ ਨਾ ਫਿਰ ਸਤਿਗੁਰੂ ਅੱਗੋਂ ਲੈਣ ਆਉਣਗੇ। ਹਕੀਕਤ ਓਏ ਸਿੱਖ ਦਾ ਪ੍ਰੇਮ ਵੇਖ
ਅਰਜ਼ੀਆਂ ਕਰਦਾ, ਕਿਉਂ ਨਹੀਂ ਸੀਸ ਤਲੀ ਤੇ ਧਰਦਾ, ਤਨ ਮਨ ਧਨ ਅਰਪਣ ਨਹੀਂ ਕਰਦਾ ਤੇ ਲੱਭਦਾ 10ਵੇਂ ਦੁਆਰੇ ਨੂੰ। ਏਦਾਂ ਹੀ ਸੌਖਾ ਹੀ ਕੰਮ ਪਿਆ। ਬੜੀਆਂ ਔਖੀਆਂ ਮੰਜ਼ਲਾਂ ਤੈਅ ਕਰਨੀਆਂ ਪੈਂਦੀਆਂ ਨੇ, ਲੋਕਾਂ ਦੀਆਂ ਸੁਣਨੀਆਂ ਵੀ ਪੈਂਦੀਆਂ ਨੇ। ਇਹ ਦਿਨ ਰਾਤ ਹੀ ਬੈਠਾ ਰਹਿੰਦਾ। सबसे बड़ा ये रोग क्या कहेंगे लोग कि दुनिया की सोचू मेरे आले, ये गल ते मगर छड्डनी पैंदी। जो कहंदी कोई कही जाए, मेरा रुस्से ना कलगियां वाला ते जग भावे। ये गल टालियां लिखी तक सीमत ना रहे, ये गल दिल विच वजे। जो दुनिया कहंदी है कही जावे, मैं ते रब नूं मनाउणा है, दुनिया ते बाबा नानक नहीं मना सकिया। बड़े बड़े चले गए, दुनिया राजी हो जाए। कोई कहे भूतना, कोई कहे बैताला, कोई आखे आदमी नानक। ਆਪਾਂ दुनिया तो की लेना, रब तो लेना है, ते फिर मंगो भी ਉਹਦੇ कोई ना। ਜਦੋਂ प्यार होवेगा दिल विच ते गुरु महाराज जरूर कृपा कर दिंदे ने गुरमुखो। वो जरूर सुनदा है, कोई सुनाउण वाला होवे। ਇਹ नहीं ਵੇਖਦਾ गरीब है अमीर है, तो ਅਸੀਂ तय करने हैं ना गरीब अमीर किन्ने बनाए ने दुनिया ने। ਜਿਹਦੇ ਕੋਲ 4 ਪੈਸੇ ਨੇ ਉਹ ਅਮੀਰ ਹੈ, ਜਿਹੜੇ ਕੋਲ ਨਹੀਂ ਗਏ ਉਹ ਗਰੀਬ ਹੈ। ਸਤਿਗੁਰੂ ਤੁਸੀਂ ਕਿਹਨੂੰ ਗਰੀਬ ਕਹਿੰਦੇ ਨੇ? ਕਹਿੰਦੇ ਜਿਹਦੇ ਕੋਲ ਨਾਮ ਨਹੀਂ। ਮੈਂ ਕਹਿੰਦਾ ਗਰੀਬ ਛੱਡੋ ਤੇ ਕੰਗਾਲ ਹੈ। ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਦੀ ਬਾਣੀ ਪੜ੍ਹੋ। ਕਹਿੰਦੇ ਮੈਂ ਗਰੀਬ ਨਹੀਂ, ਮੈਂ ਤੇ ਕੰਗਾਲ ਕਹਿੰਦੇ। ਜਿਹਦੇ ਕੋਲ ਹਰੀ ਨਾਮ ਦਾ ਖਜ਼ਾਨਾ ਨਹੀਂ, ਤੇ ਸਤਿਗੁਰੂ ਜਿਹਦੇ ਕੋਲ ਹਰੀ ਨਾਮ ਦਾ ਖਜ਼ਾਨਾ, ਉਹਦੇ ਬਾਬਤ ਕੀ ਨਜ਼ਰੀਆ ਤੁਹਾਡਾ? ਸਤਿਗੁਰੂ ਕਹਿੰਦੇ ਫਿਰ ਉਹਦੇ ਬਾਬਤ ਤੇ ਮੇਰਾ ਨਜ਼ਰੀਆ ਹੈ, ਕੌਣ ਵੱਡਾ? ਮਾਇਆ ਵਡਿਆਈ। ਕਹਿੰਦੇ ਨਹੀਂ ਨਹੀਂ, ਸੋਈ ਵੱਡਾ ਜਿਨ ਰਾਮ ਨੇ ਬੁਲਾਈ। ਉਹ ਤੇ ਦੁਨੀਆ ਦਾ ਬਾਦਸ਼ਾਹ ਹੈ, ਭਾਵੇਂ ਕੱਖਾਂ ਦੀ ਕੁੱਲੀ ਵਿੱਚ ਕਿਉਂ ਨਾ ਰਹਿੰਦਾ ਹੋਵੇ। ਭਾਵੇਂ ਕੱਖਾਂ ਦੀ ਕੁੱਲੀ 'ਚ 2 ਰੋਟੀਆਂ ਤੇ 2 ਸ਼ਾਮਾਂ ਨੂੰ 2 ਸਵੇਰੇ ਖਾਂਦਾ, ਪਰ ਰਾਜਾ ਹੈ ਰਾਜਾ। ਕੋਈ ਫਿਕਰਦਾ ਨਹੀਂ। ਜਿਹਦੇ ਕੋ ਵੱਡੇ ਵੱਡੇ ਕੋਠੀਆਂ ਨੇ, ਕਾਰਾਂ ਨੇ, ਦੰਦਲ ਦੇ ਯੋਗ ਨਹੀਂ, ਪਰ ਵੇਖੋ ਸੁੱਖ ਦੀ ਨੀਂਦ ਸੌਂਦੇ ਨੇ। ਜਿੰਨਾ ਵੱਡਾ ਕਾਰੋਬਾਰ ਉਨੀ ਵੱਡੀ ਚਿੰਤਾ, ਜਿੰਨੀ ਵੱਡੀ ਉੱਚੀ ਕੋਠੀ ਉਨੀ ਉੱਚੀ ਚਿੰਤਾ। ਕੀ ਕਰਨਾ ਕੀ ਹੈ ਪਤਾ ਨਹੀਂ ਕਿਧਰੋਂ ਗੋਲੀ ਆ ਜਾਣੀ ਹੈ। ਜਿਹੜੇ ਵੱਡੇ ਵੱਡੇ ਬਣੇ ਫਿਰਦੇ ਨੇ, ਮੰਤਰੀ ਬਣੇ ਨੇ, ਉਹਨਾਂ ਨੂੰ ਪਤਾ ਨਹੀਂ ਕੱਲੇ ਗੁਰਮੁਖੋਂ ਬਾਹਰ ਨਹੀਂ ਨਿਕਲ ਸਕਦੇ। ਬਾਹਰ ਨਹੀਂ ਨਿਕਲਦੇ, ਗੇਟੋਂ ਬਾਹਰ ਇਕੱਲੇ, ਕਿ ਪਤਾ ਨਹੀਂ ਕਿਹੜੇ ਬੰਨਿਓ ਕਿਧਰੋਂ ਗੋਲੀ ਆ ਜਾਣੀ। ਆ ਜ਼ਿੰਦਗੀ ਹੈ ਕੋਈ? ਆ ਮਸਤੀ ਜ਼ਿੰਦਗੀ, ਜਿੱਧਰ ਦਿਲ ਕੀਤਾ ਤੁਰ ਪਏ, ਰੋਟੀ ਮਿਲ ਗਈ ਖਾ ਲਈ, ਨਹੀਂ ਤੇ ਨਾ ਸਹੀ। ਇਹ ਹੈ ਜ਼ਿੰਦਗੀ। ਤੇ ਗੁਰਮੁਖੋ ਜਿਹੜੇ ਹਰ ਵੇਲੇ ਮਾਇਆ ਮਾਇਆ ਲੋਚਦੇ ਨੇ, ਮਾਇਆ ਨੂੰ ਕਿਸੇ ਨੇ ਸੁਖੀ ਨਹੀਂ ਕੀਤਾ। ਦੁੱਖ ਦਿੱਤੇ ਨੇ, ਪਰ ਜੇ ਸੁੱਖ ਮਿਲਦੇ ਨੇ, ਜੇ ਕੋਈ ਲੈ ਸਕੇ ਤਾਂ। ਪਰ ਸਾਡਾ ਹਾਲ ਤੇ ਕਹਿੰਦੇ ਸੋਫੇ ਵਾਂਗੂ ਹੈ, ਸੋਫੇ ਤੇ ਬਹਿ ਜਾਓ ਤੇ ਝੁਕ ਜਾਂਦਾ, ਜਦੋਂ ਉੱਠ ਜਾਓ ਤੇ ਸੋਫਾ ਫਿਰ ਉੱਥੇ ਹੀ। ਇੱਥੇ ਸੁਣਦੇ ਆ, ਫਰਕ ਪੈਂਦਾ ਹੈ ਜਦੋਂ ਆਨੰਦ ਸਾਹਿਬ ਪੜ੍ਹ ਦੇਣਾ ਤੇ ਫਿਰ ਉੱਥੇ ਦੇ ਉੱਥੇ ਹੀ ਕੀ ਸੁਣਾਇਆ, ਕਈਆਂ ਨੂੰ ਇਹ ਵੀ ਚਿੰਤੇ ਨਹੀਂ ਹੁੰਦਾ। ਕਹਿੰਦੇ ਬਾਬੇ ਲੱਗੇ ਤੁਸੀਂ ਪਰ ਪਤਾ ਨਹੀਂ ਲੱਗਿਆ। ਕਈ ਕਹਿਣਗੇ ਬਾਬਾ ਜੀ ਮੈਂ ਤੁਹਾਨੂੰ ਉੱਥੇ ਵੇਖਿਆ, ਤੁਸੀਂ ਆਏ ਸੀ। ਮੈਂ ਕਿਹਾ ਹਾਂਜੀ ਆਏ ਸੀ, ਪਤਾ ਕੀ ਸੁਣਾਇਆ? ਕਹਿੰਦੇ ਇਹ ਤਾਂ ਨਹੀਂ ਪਤਾ। ਜੋੜਾ ਪਤਾ ਹੈ ਕਿਹੜਾ ਪਾਇਆ, ਕਿੱਥੇ ਬੈਠੇ ਸੀ, ਕਿਹਦੇ ਘਰ ਆਏ ਸੀ, ਸਭ ਪਤਾ। ਲੇਕਿਨ ਇਹ ਨਹੀਂ ਪਤਾ ਕਿ ਸੁਣਾਇਆ ਕਿ ਤੇ ਸੁਣਿਆ ਕੀ। ਸਬਜ਼ੀ ਵੀ ਪਤਾ ਕਿਹੜੀ ਬਣੀ ਸੀ। ਮਤਲਬ ਸੁਣਨਾ ਨਹੀਂ। ਜੋ ਸਤਿਗੁਰੂ ਕਹਿੰਦੇ ਨੇ ਉਹ ਇੱਥੇ ਹੀ ਛੱਡ ਜਾਣਾ ਜਿੱਥੇ ਬੈਠੇ ਆ, ਕਿਤੇ ਦਿਮਾਗ ਨਾ ਆ ਜਾਏ। ਠੀਕ ਹੈ, ਸਭ ਗੱਲ ਯਾਦ ਰੱਖੋ, ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਅੱਜ ਹੁਕਮਨਾਮਾ ਸਾਹਿਬ ਸਵੇਰੇ ਕਿਹੜੇ ਆਇਆ। ਪਿੰਡ ਵਾਲੇ ਪਾਠੀ ਨੇ ਕੀ ਸੁਣਾਇਆ ਸਾਨੂੰ ਅੱਜ? ਹੁਕਮਨਾਮਾ ਸਤਿਗੁਰੂ ਕਿਹੜਾ ਆਪਣੀ ਬਾਣੀ ਸੁਣਾ ਰਿਹਾ ਹੈ, ਉਹ ਵੀ ਤੇ ਸਤਿਗੁਰੂ ਦੀ ਬਾਣੀ ਸੁਣਾਉਂਦੇ ਨੇ। ਕੀ ਲਿਖਿਆ ਸੀ ਤੇ ਕੀ ਸੁਣਾਤਾ, ਇਹ ਵੀ ਯਾਦ ਰੱਖੋ। ਅੱਜ ਮੈਂ ਸਵੇਰ ਦੀ ਕਿੰਨੀ ਕੁ ਸਵੇਰ ਦੀ ਮਾਲਾ ਫੇਰ ਲਈ ਹੈ, 5 ਮਿੰਟ ਲਾਏ ਨੇ ਗੁਰਦੁਆਰੇ ਜਾ ਕੇ। ਆਪਾਂ ਉਹਨੂੰ ਗੱਲ ਕਰਦੇ, ਤੂੰ ਕੀ ਕਰਦਾ? ਕਦੇ ਆਇਆ ਹੀ ਗੁਰੂ ਘਰ ਆ ਕੇ ਕਿ 5 ਮਿੰਟ ਲਾ ਲਓ, ਜ਼ਿਆਦਾ ਨਹੀਂ। ਰਾਸ਼ਕੀ ਦਾ ਤੇ 5 ਮਿੰਟਾਂ ਦਾ ਅਸਰ ਸਾਰਾ ਦਿਨ ਰਹਿੰਦਾ ਹੈ। ਸਾਰਾ ਦਿਨ ਪਤਾ ਲੱਗ ਜਾਊ। ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠੋ, 5 ਮਿੰਟ ਤੋਂ ਸ਼ੁਰੂ ਕਰੋ। ਰੰਗ ਲਾਗਤ 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 ਹੈ, ਬਹੁ ਭਾਗਤ ਭਾਗਤ। ਇੱਕਦਮ ਨਹੀਂ, ਸਹਜੇ ਸਹਜੇ 5 ਮਿੰਟ ਲਾ ਲਓ। ਤੇ ਗੁਰਮੁਖੋ ਜਦੋਂ 10 ਦਿਨ 5 ਮਿੰਟ ਲਾਓਗੇ ਤੇ ਉਹੀ ਬੰਦਾ ਮਿਲਾ ਦਿਆਂਗੇ ਦੁਬਾਰਾ। ਵੇਖੋ ਫਰਕ ਪਿਆ ਜਾਂ ਨਹੀਂ ਪਿਆ। 5 ਮਿੰਟ ਲਾਏ ਦਾ ਪਤਾ ਲੱਗ ਜਾਂਦਾ ਹੈ। ਤੇ ਫਿਰ ਗੁਰਮੁਖੋ ਜਿਹੜਾ ਗੁਰੂ ਦਾ ਸਿਮਰਨ ਹੈ ਨਾ, ਪ੍ਰਭ ਦਾ ਸਿਮਰਨ ਪੜ੍ਹਨੇ ਆ। ਗੁਰੂ ਦਾ ਸਿਮਰਨ ਸਾਰਿਆਂ ਤੋਂ ਉੱਚਾ, ਫਿਰ ਜਿਹੜਾ ਇਹਨੂੰ ਸਿਮਰਦਾ ਹੈ ਤੇ ਸਾਰਿਆਂ ਤੋਂ ਉੱਚਾ ਹੋ ਜਾਂਦਾ ਹੈ। ਪੜ੍ਹਨੇ ਆ ਨਾ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ
ਆ ਪਿਆਰ ਗੁਰਮੁਖੋਂ ਸਾਰਿਆਂ ਤੋਂ ਉੱਚੇ ਹੋ ਜਾਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਰਬਾਰ ਸਜਿਆ ਜਦੋਂ ਸਤਿਗੁਰੂ ਜਹਾਂਗੀਰ ਦੇ ਨਾਲ ਆਗਰੇ ਤੋਂ ਸ਼ਿਕਾਰ ਖੇਡਣ ਵਾਸਤੇ ਗਏ ਸੀ ਨਾ, ਇਤਿਹਾਸ ਆਪ ਜੀ ਨੇ ਸੁਣਿਆ ਹੋਣਾ, ਪਰ ਮੈਂ ਤਾਂ ਵੀ ਛੋਟੀ ਜੀ ਬੇਨਤੀ ਤੁਹਾਡੇ ਅੱਗੇ ਰੱਖਣ ਲੱਗਾ ਤੇ ਗੁਰਮੁਖੋ ਜ਼ਰੂਰ ਧਿਆਨ ਦਿਓ। ਜਿੱਥੇ ਸਾਡੇ ਸਰੀਰ ਹਾਜ਼ਰ ਨੇ, ਮਨ ਵੀ ਹਾਜ਼ਰ ਹੋ ਜੇ, ਕੁਝ ਸਮਾਂ ਹੋਰ ਹਾਜ਼ਰੀ ਭਰਾਂਗੇ ਤੇ ਜ਼ਰੂਰ ਪਿਆਰ ਨਾਲ ਸੁਣਿਓ। ਸਤਿਗੁਰੂ ਜਦੋਂ ਆਗਰੇ ਦੀ ਧਰਤੀ ਤੇ ਵੇਖੋ ਸਤਿਗੁਰੂ ਤੇ ਬਾਦਸ਼ਾਹ, ਗੱਲ ਇੱਥੋਂ ਚੱਲੀ ਸੀ ਨਾ, ਕਿੰਨਾ ਫਰਕ ਹੈ ਮਾਇਆ ਵਿੱਚ ਤੇ ਪਿਆਰ ਵਿੱਚ। ਕਈ ਕਹਿੰਦੇ ਨੇ ਜੀ ਪਿਆਰ ਕਾਹਦਾ ਹੈ, ਮਾਇਆ ਹੋਵੇ ਤਾਂ ਦੁਨੀਆ ਤਾਂ ਹੀ ਪੁੱਛਦੀ ਏ 100% ਸਹੀ ਹੋ, ਪਰ ਪੰਜੇ ਉਂਗਲਾਂ ਕਦੇ ਇੱਕ ਜੀਆਂ ਨਹੀਂ ਹੁੰਦੀਆਂ। ਕਈ ਪਿਆਰ ਵਾਲੇ ਵੀ ਹੁੰਦੇ ਨੇ, ਸਿਰਫ ਪਿਆਰ ਹੈ, ਪੱਲੇ ਮਾਇਆ ਨਹੀਂ। ਤੇ ਗੁਰਮੁਖੋ ਮਾਇਆ ਕਦੇ ਪਿਆਰ ਦਾ ਮੁਕਾਬਲਾ ਨਹੀਂ ਕਰਦੀ, ਕਦੇ ਵੀ ਨਹੀਂ। ਜੇ ਕੋਈ ਕਹੇ ਤੇ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿ ਸਤਿਗੁਰੂ ਆਪਣੇ ਸਿੱਖਾਂ ਨੂੰ ਤਨਖਾਹਾਂ ਨਹੀਂ ਸੀ ਦਿੰਦੇ। ਜਿਹੜੇ ਮਾਵਾਂ ਦੇ ਪੁੱਤ ਸ਼ਹੀਦ ਹੋਏ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਸੀ ਦਿੱਤੀਆਂ, ਤੇ ਇੱਧਰ ਤਨਖਾਹੀਏ ਸੀ ਤਦੇ ਤੇ 10-10 ਲੱਖ ਫੌਜ 40-40 ਡਰਾਈਵਰ। ਵੇਖੋ ਨਾ, ਇੱਕ ਤਨਖਾਹੀਆ ਖੜਾ ਕਰ ਦਿਓ, ਇੱਕ ਪਿਆਰ ਵਾਲਾ ਖੜਾ ਕਰ ਦਿਓ। ਪਿਆਰ ਵਾਲੇ ਨੇ ਕਹਿਣਾ ਮੈਂ ਤੇ ਵਾਪਸ ਨਹੀਂ ਜਾਣਾ, ਭਾਵੇਂ ਮਾਰ ਦੂੰਗਾ ਤੇ ਭਾਵੇਂ ਮਰ ਜਾਊਗਾ। ਉਹ ਤੇ ਸੋਚ ਕੇ ਇਹ ਆਇਆ ਹੈ। ਇੱਕ ਆਪ ਨੇ ਕਹਿਣਾ ਮੇਰੇ ਬੱਚੇ ਵੀ ਆ ਪਿੱਛੇ, ਮੈਂ ਪਾਲਣਾ ਵੀ ਆ, ਘਰ ਵਾਲੀ ਡੀਕਦੀ ਹੋਣੀ ਏ, ਉਹਨੂੰ ਚਿੰਤਾ ਏ ਘਰ ਮੇਰੇ ਸਿਰ ਤੋਂ, ਉਹ ਡਰੇਗਾ। ਪਰ ਜਿਹੜਾ ਸੋਚ ਕੇ ਆਇਆ ਜਾਂ ਮਰ ਦਿਆਂਗੇ ਤੇ ਜਾਂ ਮਾਰ ਦਿਆਂਗੇ, ਉਹ ਨਹੀਂ ਗੁਰਮੁਖੋ, ਉਹਨੂੰ ਨਹੀਂ ਕੋਈ ਡਰਾ ਸਕਦਾ। ਤਦੇ ਤੇ ਫਿਰ 10-10 ਲੱਖ ਫੌਜ ਦੇ ਪਿਆਰ ਥੜਕਾ ਦਿੱਤੇ, ਮਾਤਰ ਚਾੜੇਗਾ। ਉਹ ਤਨਖਾਹੀਆ ਨਹੀਂ ਆਪਾਂ ਕਹਿ ਸਕਦੇ। ਵੇਚਿਆ ਜਾ ਸਕਦਾ, ਘਰ ਵੇਚ ਦਿਓ, ਸੰਦ ਵੇਚ ਦਿਓ, ਜ਼ਮੀਨ ਵਾਲੇ ਜ਼ਮੀਨ ਵੇਚ ਦਿਓ, ਪਰ ਕੋਈ ਜਾਨ ਨਹੀਂ ਵੇਚਦਾ ਹੁੰਦਾ ਕਿਸੇ ਨੂੰ ਕਿ ਮੇਰੀ ਜਾਨ ਲੈ ਲੈ, ਤੂੰ ਆ ਲੈ ਪੈਸੇ। ਜਾਨ ਹੀ ਚਲੇਗੀ ਤੇ ਕਰਾਂਗੇ ਕੀ। ਗੁਰੂ ਦੇ ਪਿਆਰਿਆਂ ਨੇ ਦਿਲ ਦੇ ਦਿੱਤਾ ਸੀ, ਮਨ ਵੇਚਿਆ ਸਤਿਗੁਰ ਕੇ ਪਾਸ, ਇਸ ਸੇਵਕ ਕੇ। ਸਤਿਗੁਰੂ ਤੁਹਾਡੀ ਜਾਨ ਜਿੱਥੇ ਦਿਓਗੇ ਉੱਥੇ ਲਾ ਦੇਾਂਗੇ। ਸਾਹਮਣੇ ਕਹੋਗੇ ਜੰਗ ਲੱਗੀ ਸ਼ਹੀਦ ਹੋ ਜਾਂਦੇ, ਉੱਥੇ ਚਲਾਂਗੇ। ਅੱਜ ਤੋਂ ਦਿਲ ਤੁਹਾਡਾ, ਜਾਨ ਤੁਹਾਡੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਗਰੇ ਦੀ ਧਰਤੀ ਤੇ ਗਏ ਜਹਾਂਗੀਰ ਨਾਲ ਸ਼ਿਕਾਰ ਖੇਡਣ, ਤੇ ਕਹਿੰਦੇ ਸਤਿਗੁਰੂ ਦਾ ਤੰਬੂ ਲੱਗਿਆ ਹੈ। ਸਤਿਗੁਰੂ ਕਲਗੀ ਲਾਉਂਦੇ ਸਨ, ਕਲਗੀ। ਵੇਖੋ ਸਤਿਗੁਰੂ ਨੇ ਮੀਰੀ ਅਤੇ ਪੀਰੀ ਦੀਆਂ ਦੋ ਦਰਬਾਰਾਂ ਪੈਂਦੀਆਂ। ਸਿੱਖ ਨੂੰ ਅਮੀਰੀ ਵੀ ਸਿਖਾਈ ਤੇ ਪੀਰੀ ਵੀ ਸਿਖਾਈ, ਰਾਜਨੀਤੀ ਵੀ। ਕਈ ਕਹਿਣਗੇ ਬਾਬਾ ਜੀ ਰਾਜਨੀਤੀ ਤੇ ਧਰਮ ਤੇ ਇਕੱਠਾ ਹੀ ਹੈ, ਫਿਰ ਦੁਨੀਆ ਰਾਜਨੀਤੀ ਨੂੰ ਮਾੜਾ ਕਿਉਂ ਕਹਿੰਦੀ ਹੈ? ਇਹ ਵੀ ਤਾਂ ਧਰਮ ਦਾ ਇੱਕ ਅੰਗ ਹੈ, ਅੰਗ ਸੀ, ਪਰ ਅੰਗ ਰਹਿਣ ਨਹੀਂ ਦਿੱਤਾ। ਜਿਹੜੇ ਸਤਿਗੁਰੂ ਰਾਜਨੀਤੀ ਦੇ ਅੰਗ ਦੀ ਗੱਲ ਕਰਦੇ ਹੋ, ਅੱਜ ਵੀ ਤੁਸੀਂ ਜਾਂਦੇ ਹੋ ਤੇ ਗੁਰਮੁਖੋ ਮੀਰੀ ਵਾਲਾ ਜਿਹੜਾ ਨਿਸ਼ਾਨ ਸਾਹਿਬ ਉਹ ਛੋਟਾ ਹੋਵੇਗਾ, ਮੀਰੀ ਵਾਲਾ, ਤੇ ਜਿਹੜਾ ਪੀਰੀ ਵਾਲਾ ਹੈ ਉਹ ਉੱਚਾ ਹੋ ਜਾਏਗਾ। ਅੱਜ ਵੀ ਦਰਸ਼ਨ ਜਾ ਕੇ ਕਹੋ, ਸਤਿਗੁਰੂ ਨੇ ਕਿਹਾ ਰਾਜਨੀਤੀ ਪੈਰ ਦੀ ਜੁੱਤੀ ਹੈ, ਜਿਹੜਾ ਧਰਮ ਹੈ ਉਹ ਸਿਰ ਦਾ ਤਾਜ ਹੈ। ਅੱਜ ਤੁਸੀਂ ਦੁਨੀਆ 'ਚ ਵਿਚਰਦੇ ਹੋ, ਅੱਜ ਦੇ ਜ਼ਮਾਨੇ 'ਚ ਕੀ ਹੋ ਰਿਹਾ? ਜੁੱਤੀ ਸਿਰ ਤੇ ਚੁੱਕੀ ਹੈ ਤੇ ਧਰਮ ਪੈਰਾਂ ਵਿੱਚ ਆ ਗਿਆ। ਹਕੀਕਤ ਹੈ ਜੁੱਤੀ ਨੂੰ ਸਿਰ ਤੇ ਰੱਖ ਲਿਆ। ਰਾਜਨੀਤੀ ਜਿੱਥੇ ਜਾਓ ਪਹਿਲਾਂ ਮੱਥਾ ਟੇਕੋ ਤੇ ਪਹਿਲਾਂ ਤੁਹਾਨੂੰ ਇਹ ਮਿਲ ਜਾਏਗਾ ਜੀ ਆਹ ਇੱਦਾਂ ਹੈ ਜੀ, ਆਹ ਇੱਦਾਂ ਹੈ। ਸਤਿਗੁਰੂ ਨੇ ਪੈਰ ਦੀ ਜੁੱਤੀ ਬਣਾਇਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਹੁਕਮ ਕੀਤੇ ਨੇ ਜਾਣ ਲੱਗੇ ਸੱਚਖੰਡ, ਤੇ ਗੁਰਮੁਖੋ ਉਹਦੇ ਵਿੱਚ ਇਹ ਵੀ ਹੁਕਮ ਇੱਕ ਕੀਤਾ ਸੀ ਕਿ ਸਿੱਖ ਨੂੰ ਰਾਜਨੀਤੀ ਸਿੱਖਣੀ ਹੈ। ਪਰ ਡੌਰ ਭੌਰ ਜਿਹਾ ਨਾ ਹੋਇਆ ਫਿਰ ਜਦੋਂ ਕੋਈ ਬਾਹ ਫੜ ਕੇ ਲੈ ਜਾਏ ਉਧਰ ਨੂੰ ਤੁਰ ਜਾਓ, ਇਧਰੋਂ ਲੈ ਜਾਏ ਉਧਰ ਨੂੰ। ਚੱਜ ਸਿੱਖੀ ਇੱਕ ਕੰਮ ਸਤਿਗੁਰੂ ਨੇ ਸਿਖਾਇਆ, ਪਰ ਅੱਜ ਵਾਲੀ ਨਹੀਂ, ਜੋ ਅੱਜ ਹੋ ਰਿਹਾ ਜ਼ਮਾਨੇ ਵਿੱਚ, ਆਹ ਵਾਲੀ ਨਹੀਂ ਸੀ ਸਿਖਾਈ ਗੁਰਮੁਖੋ। ਮੇਰੀ ਪੀਰੀ ਦੀ ਤਲਵਾਰ ਪਈ ਨਹੀਂ ਏ, ਬਾਦਸ਼ਾਹ ਵਾਲਾ ਰੁਤਬਾ ਦਿੱਤਾ ਸਿੱਖ ਨੂੰ। ਤੇ ਇਸੇ ਤਰ੍ਹਾਂ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਕਲਗੀ ਲਾਉਂਦੇ ਸੀ, ਰਾਜਿਆਂ ਵਾਂਗੂ ਕਲਗੀ। ਇਹ ਗੁਰਮੁਖੋ ਮੈਂ ਅੱਗੇ ਵੀ ਅਰਜ਼ ਕਰਦਾ ਰਹਿਣਾ, ਪਰ ਸੰਗਤ ਤੇ ਭਾਵੇਂ ਪਿਆਰ ਵਾਲਾ ਚੱਲਦਾ ਹੈ, ਪਰ ਮੈਂ ਅਰਜ਼ ਕਰ ਦਿੰਦਾ ਜਦੋਂ ਪਹਿਲੀ ਵਾਰੀ ਕਲਗੀ ਲਾਈ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਅਕਾਲ ਤਖਤ ਤੇ ਬੈਠੇ ਸਨ, ਹਮੇਸ਼ਾ ਧਾਰਨਾ ਪੜੀ ਦੀ ਬੜਾ ਥੱਕ ਦਾ ਤਖਤ
कलगी लाके बैठ दे मेरे छेवें साह सुल्तान। गुरमुखो सतगुरु जदों इन्ने फबदे सन, एक ते सतगुरु दा शरीर भी काफी उच्चा ते नैण लक्ष्मी बड़े सोहणे सन गुरु हरगोबिंद साहिब महाराज दे। ते आप जी इतिहास सुनिया है जदों चंदू दी लड़की दा रिश्ता पूरे अमृतसर विच किते नहीं सी ना लभा, ते फिर गुरमुखो कल्ले ते कल्ले सिर्फ गुरु हरगोबिंद साहिब महाराज पसंद आए सन। कहते इन्हां वर्गा कोई नहीं मिलता। ये सारे तो गाने हर पक्षों सिर्फ ये नहीं कि सोहनापन ही होना चाहिए है, गुरमुखो नहीं मत भी होवे हर एक बंदे को पूरा नहीं, ते सिर्फ सोहने दा की करिए गुण ते पल्ले है नहीं। कदर गुण दी पैंदी है, जिथे सोहनापन जरूरी है उथे कदर भी गुण भी होना चाहिए है। कहते बड़े फबदे सतगुरु ते उत्थे रहन वाला एक घाही कहते ओदे मन विच बड़ा चाह जगिया। सारे कहते जी गुरु हरगोबिंद साहिब महाराज आए ने, उन्हां दे दर्शन करो। कहते बड़ा नाम सुनिया सी, नाम दे नाल ही प्यार जागदा। अगे अर्ज करदा कहते जी वो वैद बड़ा वधिया, आपां कहते चलो दवाई खा के आउणे उत्थों। नाम सुनदा है पहला, फिर प्यार जागदा। जेड़े इंसान दी कोई सिफत करी जावे करी जावे करी जावे, तुसीं कहोगे यार देखांगे कौन है, इन्नी सिफत सुनी है। जिदा कईयां ने सारे ने आपां जिन्ने बैठे अमरीका दा नाम सुनिया है, सुनदे अमरीका इदां है अमरीका इदां है, ते चाह जागदा है। वेखिया तां नहीं ना, चाह जागदा है कि किदां दा है। कईयां दी आस हुंदी है मरण तो पहला एक वारी देख ही आईए। कि ना सुनिया कनेडा दा नाम सुनिया बड़ी वारी, जदों तक साह ने एक वारी जाके आईए कि वेख ही लईए किदां। पहला नाम सुनते फिर ही प्यार जागदा है बंदे दे अंदर। जिहदा नाम तुसीं सुनी जाओगे ना ते गुरमुखो फिर तुहाडे अंदर एक लालसा आ जाएगी, उत्थे जाके वेखांगे नाम बड़ा सुनिया है। यह हकीकत है। ते गुरमुखो बड़ा ही नाम सुनिया सी ओ घाही ने कि सतगुरु इदां ने, सतगुरु तख्त लाउंदे ने, सोहणे ने, दिलां दी पुकार सुनदे, जो मंगो मिलदा है। इहदे मन विच आया कि मैं भी दर्शन कर ਲਾਂ। दर्शन पर अफसोस की पल्ले कख नहीं, माया नहीं प्यार बड़ा। अर्ज कीती सी माया दा मुल उत्थे घट जांदा जिथे प्यार आ जाए गुरमुखो, जिथे प्यार। हुण दिन रात मेहनत करदा है, रात नूं सिमरन करदा रहिंदा है, मार के चौंगड़ा बह जांदा है, सारी सारी रात याद करदा है गुरु हरगोबिंद साहिब महाराज जी नूं। अर्ज करदा रहिंदा जा जागदा है चंद असमानी दाता खूबसूरती दा, जा कोई जागदा है चोर लुटेरा ओट परछावियां दी। ये जागदे ने गुरमुखो। जा जागदा है पुराना रोगी फल भोगे कर्मां दे, जा कोई जागदा है प्रेमबाजी हारिया सल सहंदा विरहों दे। पर जागना किन्ना दा प्रवान है, कहते ने जा फिर जागदे ने अल्लाह दे प्यारे, जिन्हां दी लगी नाल रब दे। भिंडी रहणड़िए चमकण तारे जागण संत जना, मेरे राम प्यारे जागना उन्हां दा प्रवान है। सतगुरु कहंदे भिंडी भिंडी रहणड़िए जागदे प्यारे रब जाता है ते आवाज बड़ी घट, असि चार जने ते तुसीं बड़े फिर भी आवाज इतनी घट। गुरमुखो अपां कहने ते कोई गीत गा रहे हैं, दिन रात जवान साडी टीवी गाउंदी रहिंदी है, कदे आ गा लिया कदे ओ गा लिया। विआहां शादियां ते गां डीजे तो अगे हो के भी तेरी पूरी बन जाए। पर जदों गुरु दे शब्द कहते कहते कोई वेख ना लवे शब्द फटदे आ कि गल चोरी कर ले। ਜਿਹੜੀ ਰਸਨਾ ਗੁਰੂ ਦੀ ਸਿਫਤ ਵਿੱਚ ਬੋਲਦੀ ਹੈ, ਗੁਰੂ ਦੀ ਬਾਣੀ ਵਿੱਚ ਬੋਲਦੀ ਹੈ, ਉਹ ਰਸਨਾ ਤੇ ਸੰਸਾਰ ਦੀ ਹੋਗੇ। ਸਤਿਗੁਰੂ ਕਹਿੰਦੇ ਨੇ ਧੰਨ ਮੈਂ ਅਸੀਂ ਰਸਨਾ ਭਾਵ ਸੁਹਾਵੇ ਜਾਂ ਤੌਰ ਰਗਲਦੇ, ਜੀਸ ਸੁਹਾਵਾ ਚਰਣੀ ਮੁਖ ਸੁਹਾਵਾ
ਸ਼ਬਦ ਸਗਾਵੇ ਦਿਓ ਪਿਆ ਉਹ ਸਰਦੀ ਗੁਰਮੁਖੋ ਫਿਰ ਸੰਗ ਕਾ ਦੀਏ ਸੰਗਣਾ ਤੇ ਅਕਣਾ ਤੇ ਠਗਣਾ ਤੇ ਸੰਗ ਦੇ ਵਿੱਚ ਪਿੱਛੇ ਜੋੜੇ ਦੇ ਨਾਲ ਲਾ ਕੇ ਆਈ ਸਾਰੇ ਪੜੋ ਓਏ ਜਾਗ ਦੇ ਜਾਗਣਾ ਸਤਿਗੁਰੂ ਕਹਿੰਦੇ ਪ੍ਰਵਾਨ ਉਹਨਾਂ ਦਾ ਸਾਰੀ ਰਾਤ ਯਾਦ ਕਰਦੇ ਰਹਿੰਦੇ ਨੇ ਕਹਿੰਦੇ ਅੱਜ ਉੱਠਿਆ ਤੇ ਉੱਠ ਕੇ ਕਹਿੰਦੇ ਘਾਹ ਦੀ ਪੰਡ ਵੱਡੀ ਘਾਹ ਹੀ ਸੀ ਇੱਕ ਘਾਹ ਦੀ ਪੰਡ ਵੱਢ ਕੇ ਵੇਚ ਕੇ ਤੇ ਘਰ ਦਾ ਗੁਜ਼ਾਰਾ ਨਾ ਕੋਈ ਘਰ ਦੀ ਛੱਤ ਨਾ ਕੋਈ ਕੰਧਾਂ ਨੀਲੀ ਛੱਤ ਹੇਠਾਂ ਰਾਤ ਗੁਜ਼ਾਰ ਲੈਂਦਾ ਸੀ ਕੱਖ ਨਹੀਂ ਸੀ ਘਰ ਵਿੱਚ ਗੁਰਮੁਖੋ ਰੋਜ਼ ਇੱਕ ਪੰਡ ਵੇਚ ਦੇਣੀ ਘਾਹ ਦੀ ਵੱਢ ਕੇ ਤੇ ਰੋਟੀ ਜੋਗੇ ਹੋ ਜਾਣੇ ਸਵੇਰੇ ਸ਼ਾਮ ਦੀ ਇੱਕ ਪੰਡ ਸਵੇਰੇ ਤੇ ਇੱਕ ਸ਼ਾਮ ਨੂੰ ਵੇਖੋ ਇੱਡੇ ਗਰੀਬ ਵੀ ਹੋਏ ਨੇ ਆਪਾਂ ਕਹਿੰਦੇ ਕੀ ਦਿੱਤਾ ਰੱਬ ਨੂੰ ਕਈ ਹੋਣਗੇ ਬਾਬਾ ਜੀ ਸਾਡੇ ਹਿੱਸੇ ਤੇ ਪੰਜ ਹੀ ਆਉਂਦੀ ਏ ਸਾਨੂੰ ਤੇ ਜ਼ਮੀਨ ਵੀ ਨਹੀਂ ਅਸੀਂ ਤੇ ਗਰੀਬ ਆ ਮੈਂ ਕਹਿੰਦਾ ਗੁਰਸਿੱਖਾ ਇਤਿਹਾਸ ਪੜ੍ਹ ਕੇ ਤੇਰੇ ਤੋਂ ਵੀ ਗਰੀਬ ਹੋਏ ਨੇ ਸਾਨੂੰ ਤੇ ਬੜਾ ਕੁਝ ਦਿੱਤਾ ਹੈ ਰੱਬ ਨੇ ਅਰੇ ਆਪਾਂ ਸੁਖ ਦੀ ਨੀਂਦ ਸੌਫੇ ਸਾਨੂੰ ਪੱਖੇ ਸਾਨੂੰ ਏਸੀਆਂ ਸਾਨੂੰ ਕੋਠੀ ਸਾਨੂੰ ਜ਼ਮੀਨਾਂ ਸਾਨੂੰ ਅਜੇ ਵੀ ਗਰੀਬ ਦੱਸਣਾ ਹੈ ਤੇ ਗੁਰਮੁਖੋ ਇੱਡੇ ਗਰੀਬ ਕੋਈ ਮਾਇਆ ਕਰਕੇ ਨਹੀਂ ਗਰੀਬੀ ਤੇ ਅਮੀਰੀ ਮਨ ਦੀ ਹੁੰਦੀ ਹੈ ਨਹੀਂ ਤੇ ਜਦੋਂ ਕਈ ਵਾਰੀ ਗਰਾਈ ਲੈਣ ਜਾਂਦੇ ਨੇ ਪਿੰਡ ਵਾਲੇ ਗੁਰਦੁਆਰੇ ਵਾਲੇ ਵੀ ਜਾਣ ਤੇ ਆਪਾਂ ਕਹਿੰਦੇ ਕੁੰਡੀ ਲਾ ਲਓ ਬਾਬਾ ਕਿਤੇ ਅੰਦਰ ਨਾ ਆ ਜਾ ਹੈ ਹੀ ਨਹੀਂ ਕੱਖ ਕਈਆਂ ਦੇ ਤੇ ਰੱਬ ਨੇ ਦਿੱਤੀ ਨੋ ਦਸਾਂ ਨਵਾਂ ਦੀ ਕਿਰਤ ਤੇ ਕਈਆਂ ਦੇ 100 ਕਿੱਲੇ ਵੀ ਆਉਂਦੇ ਨੇ ਕਹਿੰਦੇ ਹੈ ਨਹੀਂ ਇਹਨਾਂ ਦੇ ਤੇ ਕੰਮ ਹੀ ਇਹ ਪਰ ਗੁਰਮੁਖੋ ਅੱਜ ਕਰਦਾ ਰਹਿਣਾ ਕਦੇ ਉਹ ਆਪਣੇ ਲਈ ਨਹੀਂ ਮੰਗਦੇ ਯਾਦ ਰੱਖੋ ਪੁੱਛੋ ਉਹਨਾਂ ਨੂੰ ਕਿੱਥੋਂ ਆਏ ਹੋ ਜੇ ਦੱਸਦੇ ਨੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਤੇ ਆਏ ਆ ਤੇ ਗੁਰਮੁਖੋ ਉਹ ਆਪਣੇ ਲਈ ਨਹੀਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਲਈ ਮੰਗ ਰਿਹਾ ਉਹ ਆਪਾਂ ਉਹਨੂੰ ਕੀ ਦੇ ਸਕਦੇ ਆ ਸਿਰਫ ਇੱਕ ਭੇਟਾ ਹੁੰਦੀ ਹੈ ਵੇਖੋ ਇੱਥੇ ਕੋਈ 10 ਟੇਕਦਾ ਮੱਥਾ ਕੋਈ 5 ਟੇਕਦਾ ਹੈ ਜੇ ਕੋਈ ਕਹੇ ਜੀ ਮੈਂ ਤੇ ਦਾਨ ਕੀਤਾ 10 ਰੁਪਏ ਗੁਰੂ ਗ੍ਰੰਥ ਸਾਹਿਬ ਨੂੰ ਤੇ ਤੁਸੀਂ ਹੱਸਣ ਲੱਗ ਜਾਓਗੇ ਹੈ ਕਮਲਾ ਕੀ ਕਰ ਲਓ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਦਾਨ ਇਹ ਤੇ ਸੰਗਤ ਦਾ ਪਿਆਰ ਹੁੰਦੀ ਹੈ ਭੇਟਾ ਹੁੰਦੀ ਹੈ ਮਹਾਰਾਜ ਜੀ ਪ੍ਰਵਾਨ ਕਰ ਲਓ ਇਹਨੂੰ ਕਦੇ ਦਾਨ ਨਹੀਂ ਕਹਿਣਾ ਇਹ ਤੇ ਕਈ ਵਾਰੀ ਇੱਕ ਪੱਖਾ ਗੁਰਦੁਆਰੇ ਲਵਾਇਆ ਹੁੰਦਾ ਕਹਿੰਦੇ ਬਾਬਾ ਜੀ ਗ੍ਰੰਥੀ ਜੀ ਨਾ ਬੋਲਿਓ ਮੈਂ ਤੇ ਪੱਖਾ ਲਵਾਇਆ 3 ਪਰ ਹੁੰਦੇ ਨੇ ਤੇ ਸਾਰਿਆਂ ਦੇ ਨਾਮ ਪਰਿਵਾਰ ਦਾ ਲਿਖਾਇਆ ਹੁੰਦਾ ਕਿ ਕੋਈ ਬੰਦਾ ਰਹਿ ਨਾ ਜਾਏ ਦਿਖਾਵਾ ਕਰਨੇ ਗੁਰਮੁਖੋ ਇਹ ਤੇ ਇੱਕ ਭੇਟਾ ਹੀ ਦੇ ਸਕਦੇ ਆ ਦਾਨ ਤੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਾਨ ਤੇ ਗੁਰੂ ਗ੍ਰੰਥ ਸਾਹਿਬ ਹੀ ਕਰਦੇ ਨੇ ਅਸੀਂ ਤੇ ਮੰਗਣ ਵਾਲੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਕਦੇ ਵੀ ਦਾਨੀ ਸਿੰਘ ਸ਼ਬਦ ਨਾ ਗ੍ਰੰਥੀ ਸਾਹਿਬ ਵਰਤੇ ਤੇ ਨਾ ਗੁਰਮੁਖੋ ਪਿਆਰਿਓ ਵਰਤਾਇਆ ਕਰੋ ਆਪਾਂ ਦਾਨੀ ਕਦੇ ਨਹੀਂ ਬਣ ਸਕਦੇ ਇਹ ਤੇ ਫਿਰ ਵੇਖ ਲਓ ਜੇ ਉਹ ਦੇਣਾ ਜਾਣਦਾ ਹੈ ਤਾਂ ਲੈਣਾ ਵੀ ਜਾਣਦਾ ਹੈ 10 ਵਸਤੂ ਲੈ ਪਾਛੇ ਪਾਵੇ
एक वस्त कारण में खोट गवावे, फिर एक महीना दे 10 पीहर लेन तो बूढ़ा, फिर सारियां लै लो, फिर की कर लोगे तुसीं उहदा। फिर कहंदे इधरों मारे तो फिर इधरों गए, इधरों ना दिओ तो फिर कदे थाने निकल जाते हैं, जां हॉस्पिटलों च निकल जाते हैं, पता नहीं लगता, जिधरों मर्जी कढ लिओ। रहो विचार, इन्हें बड़ा प्यार है कि सतगुरु मैनू दर्शन दे दिओ, मैं बड़ा गरीब हाँ, मेरे वर्गे नूं मिल जाणगे, ना कोई कपड़े चज दे पाए हुए, ना माया। कहंदे चल वेखिया सुनिया, अज वेख भी लैंदे आ, जे सुनो फिर वेखो गुरमुखो तां मनो। जे आपां जे कोई निंदिया करदा सुन लिया तुर पो जी, वो मेरी कीती होनी। जे कोई उस्तत करदा बाबा बड़ा चंगा जी, चलो जी असीं चलने नाल। पहला वेख लो, फिर चंगा माड़े दा तय करया करो। जे माड़ा है ते कोई निंदिया नहीं, माड़े नूं ते बाबे नानक ने भी जाके कहा सी सिद्धो तुसीं माड़ा कर दिया, गलत नूं ते बाबे नानक ने भी गलत आख्या, पर फुੱਲ दी निंदिया कर देनी गुरमुखो, ਉਹ ਨਿੰਦਿਆ ਹੁੰਦੀ ਹੈ। ਮਾੜੇ ਨੂੰ ਮਾੜਾ ਕਹਿ ਦਿੰਦਾ, ਸ਼ਰਾਬੀ ਨੂੰ ਹੀ ਜੀ ਉਹ ਸ਼ਰਾਬੀ ਤੁਰਿਆ ਜਾਂਦਾ, ਕਹਿ ਤੂੰ ਮੈਨੂੰ ਕਿਉਂ ਆਖਿਆ ਨਿੰਦਿਆ ਕੀਤੀ। ਆਹ ਨਿੰਦਿਆ ਕਾਦੀ ਗੁਰਮੁਖੋ, ਜਿਹੜਾ ਸੱਚ ਉਹ ਨਿੰਦਿਆ ਨਹੀਂ ਹੁੰਦਾ, ਉਹ ਤੇ ਹਕੀਕਤ ਤੇ ਨਿੰਦਿਆ ਉਹ ਬਣ ਜਾਂਦੀ ਹੈ। ਜਦੋਂ ਸੱਚੇ ਬੰਦੇ ਨੂੰ ਤੁਸੀਂ ਝੂਠਾ ਕਰੋਗੇ ਨਾ, ਤੇ ਝੂਠ ਨੂੰ ਸੱਚ ਉਹ ਹੁੰਦੀ ਹੈ ਨਿੰਦਿਆ ਗੁਰਮੁਖੋ। ਜੇ ਇਦਾਂ ਕਿਸੇ ਨੂੰ ਮਿਲਣਾ ਵੱਜਦੇ ਫਿਰ ਤੇ ਇਹੋ ਜਿਹੀ ਨਿੰਦਿਆ ਤਾਂ ਸਾਰੇ ਹੀ ਕਰੋ। जे ऐसा कहण दा सारा परिवार कहंदा किधरों पी के आ जाना, मनदा किसे दी करदा, वो कहंदा कल होर पी, इहो जी नहीं लगदी। पर जे कोई उल्टा कह दे फिर गुस्सा लगदा। कहंदे प्यार सी बड़ा सतगुरु, कहंदे अज उठिया घाह वड्डिया ते घाह वड्ड के कहंदे एक टका मिलिया, कहंदे चलो प्रशादा छकने आ। कहंदे गया एक रोटी का थाल मिल गया एक टके नाल, ते खाण लगा कहंदे ओ मना रोटियां ते रोज ही तोड़ने आ, रोटी ते रोज ही खाने आ, अज सतगुरु दे दर्शन कर लेने, टका मेरे पल्ले है, रोटी बाद च भी खा लांगे कोई गल नहीं। देखो इदां दे भी प्यार वाले बैठे ने, जिथे प्यार होवे ना फिर ये गल्लां दे थल्ले ही रह जांदियां ने। गुरमुखो भोबे दी जंजीर तोड़ दो ते प्यार वाली डोरी पा लो, फिर ते कहंदे रब वधिया रंदा। मिलन ते आया सी ना, कहंदा सी तू मेरे क्यों नहीं आया, कहंदे राजना आउणा ते तेरे ही सी, पर करिए की, खिच्चा बिदर दे प्यार ने सी पा लिया। जिथे प्यार आ जाए फिर माया पिछे रह जाती है, तेरे असी कातों आवांगे, खिच्चा बिदर दे प्यार ने सी पा लिया, असी तेरे बेटी करते कहना की पींदा पता ही नहीं लग रहा प्यार कितने जाता, पर प्यार कहते टका ले लिया ढिड की भुख नूं बर्दाश्त कर लिया, बन के रख लिया, कही जाता लगे ना करेगी। अज जाके कहते सब तो पहला धारी पंड बटी एक टका लैके सिर ते चुकिया ते दरबार दे दर्शन करन चलिया। राजे का तंत्र लगा सी ना, मिलता पीला तंत्र जो तंत्र सारे एक साथ साधु दूजे सारे जान दो तंत्र लगे के जब एक साथ आ गया ऐल कारण पीला कहते महाराज नु मिलना
ਕਿਹਾ ਜੀ ਕੋਈ ਆਇਆ ਹੈ ਤੁਹਾਨੂੰ ਮਿਲ ਕੇ ਨਾ ਭੇਜ ਦੇ। ਜਾ ਕੇ ਭੇਜਿਆ ਤੇ ਰਾਜਾ ਵੇਖਿਆ ਬੈਠਾ ਸੀ ਵਿਚਾਰਾ, ਵੇਲੇ ਬੈਠਾ ਸੀ। ਜਾ ਕੇ ਨਾ ਧਿਆਨ ਦੇ ਇਹਦੇ ਉਹ ਪੰਡ ਉੱਥੇ ਰੱਖ ਦਿੱਤੀ ਤੇ ਟਕੇ ਦਾ ਬੜੀ ਸ਼ਰਧਾ ਨਾਲ ਮੱਥਾ ਟੇਕ ਦਿੱਤਾ ਰਾਜੇ, ਬੜੀ ਸ਼ਰਧਾ ਨਾਲ। ਇਹਨਾਂ ਮੱਥੇ ਤੇ ਅੱਗੇ ਵੀ ਟੇਕਦੇ ਨੇ, ਸਲਾਮ ਤੇ ਮੈਨੂੰ ਕਹਿੰਦੇ ਨੇ, ਪਰ ਏਦਾਂ ਦਾ ਮੱਥਾ ਨਹੀਂ ਟੇਕਿਆ ਕਿਸੇ ਨੇ। ਵੇਖੋ ਕਈ ਆਣ ਕੇ ਸਿਰ ਮਾਰਨਗੇ ਚੱਕ ਕੇ ਮਾਰ ਦੇ ਚੜਨਾ, ਉਹ ਵਿਚਾਰੇ ਕਾਹਨੂੰ ਦੂਜੀ ਕਿਵੇਂ ਹੋਦੇ ਹੁੰਦੇ ਨੇ ਸਿਰ ਤੇ ਮਾਰਨਾ। ਉਹ ਮੱਥੇ ਤੇ ਪਤਾ ਲੱਗ ਜਾਂਦਾ, ਲੱਗਦਾ ਘਰ ਵਾਲੀ ਨਾਲ ਲੜ ਕੇ ਆਇਆ। ਇਹਦੇ ਇੱਥੇ ਨਹੀਂ ਬਣਦੀ, ਚੱਲ ਗੁਰਦੁਆਰੇ ਚੱਲਦੇ ਆ ਬਾਬਿਆਂ ਨੂੰ ਤੇ ਘੜੀ ਫੇਰ ਆਉਂਦੇ ਆ। ਉਹਨਾਂ ਦਾ ਮੱਥੇ ਦਾ ਤੇ ਉਹੀ ਗੱਲ ਹੁੰਦੀ ਕੀ ਮਤਲਬ ਇੰਨੀ ਸ਼ਰਧਾ ਦਾ ਮੱਥਾ ਟੇਕਿਆ ਕਿ ਦੇ ਮਨ ਵਿੱਚ ਇੰਨੀ ਭਾਵਨਾ, ਕਿੰਨੇ ਪਿਆਰ ਵਾਲਿਆਂ ਦੀਆਂ ਤੇ ਅੱਖਾਂ ਦੱਸ ਦਿੰਦੀਆਂ ਨੇ ਪਿਆਰ ਕਰਨ ਵਾਲੇ ਦੇ ਮੱਥੇ ਤੋਂ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਬੋਲਣ ਤੋਂ ਪਤਾ ਲੱਗ ਜਾਂਦਾ ਹੈ ਤੇ ਪਿਆਰ ਵਾਲਾ ਹੈ ਤੇ ਵਿਰੋਧੀ ਕੋਈ ਬੋਲ ਕੇ ਨਹੀਂ ਕਹਿੰਦਾ ਜੀ ਮੈਂ ਤੁਹਾਡਾ ਵਿਰੋਧੀ ਆ। ਉਹਦੀਆਂ ਗੱਲਾਂ ਤੋਂ ਉਹਦੇ ਚਾਲ ਤੋਂ ਪਤਾ ਲੱਗ ਜਾਂਦਾ ਹੈ ਬੰਦਾ ਪਿਆਰ ਵਾਲਾ। ਇੰਨੇ ਪਿਆਰ ਨਾਲ ਮੱਥਾ ਟੇਕਿਆ, ਵੇਖੋ ਦੁਨੀਆ ਦੀ ਹਰ ਇੱਕ ਚੀਜ਼ ਲੁਕ ਜਾਂਦੀ ਹੈ। ਕਿੰਨਾ ਕੁਝ ਵੇਖਿਆ ਜਵਾਨੀ ਵਿੱਚ ਬਚਪਨ ਵਿੱਚ, ਹਰੇਕ ਚੀਜ਼ ਇੱਥੇ ਫੀਡ ਹੈ ਸਾਡੇ ਮਨ ਵਿੱਚ ਤੇ ਦਿਮਾਗ ਵਿੱਚ, ਫੀਡ ਹੈ ਪਰ ਸਾਰਾ ਕੁਝ ਲੁਕਿਆ ਹੈ, ਪਰ ਕੋਈ ਚੀਜ਼ ਹੈ ਜਿਹੜੀ ਲੁਕਾਈ ਨਹੀਂ ਜਾਂਦੀ। ਸਤਿਗੁਰੂ ਦਾ ਕਰੀ ਕਰਾ ਸਕਦੇ ਇੱਕੋ ਹੀ ਚੀਜ਼ ਤੇ ਜਿਹੜੀ ਲੁਕਦੀ ਨਹੀਂ, ਉਹ ਮੈਂ ਕਿਹਾ ਜੇ ਕਰਦਾ ਨਹੀਂ ਹੈ, ਉਹ ਸਿਰਫ ਪਿਆਰ ਹੀ ਜਿਹੜਾ ਲੁਕਾਇਆ ਨਹੀਂ ਜਾਂਦਾ। ਧੱਕੇ ਨਾਲ ਹੰਝੂ ਆ ਜਾਂਦੇ ਜੇ ਅੱਖਾਂ ਵਿੱਚ, ਜਦੋਂ ਕੋਈ ਰਿਸ਼ਤੇਦਾਰ ਆਏ ਹੋਣ ਬੱਸ ਸਟੈਂਡ ਤੇ ਚਾੜਨ ਜਾਈਏ ਤੇ ਧੱਕੇ ਨਾਲ ਸਾਹ ਨਿਕਲ ਜਾਂਦੀ, ਹੁਣ ਪਤਾ ਨਹੀਂ ਕਦੋਂ ਮੁਲਾਕਾਤ ਹੋਣੀ। ਕਹਿੰਦਾ ਨਹੀਂ ਕੋਈ ਜੀ ਰੋਜ਼ ਤੱਕ ਪਿਆਰ ਦੇ ਹੰਝੂ ਆ ਜਾਂਦੇ ਨੇ, ਪਰ ਜਦੋਂ ਪਿਆਰ ਦੀ ਬਾਤ ਹੋਵੇ ਹੋਵੇ ਨਾ ਦੂਜੀ ਗੱਲ ਹੀ ਹੁੰਦੀ। ਪਿਆਰ ਵਾਲਿਆਂ ਨੂੰ ਹੀ ਹੁੰਦੇ ਨੇ, ਪਿਆਰ ਵਾਲਿਆਂ ਨੂੰ ਯਾਦ ਕਰਦੇ। ਜਦੋਂ ਬੱਸ ਸਟੈਂਡ ਤੇ ਜਾਂਦੇ ਆ ਤਾਂ ਨਿਕਲਦੀ ਹੈ ਤੇ ਕਹਿੰਦੇ ਹੁਣ ਵੇਖਿਆ ਇਹ ਪਿਆਰ ਵਾਲਾ ਕੌਣ ਹੈ, ਕੋਈ ਚੀਜ਼ ਹੈ ਜਿਹੜੀ ਸ਼ੁਭਦੀ ਨਹੀਂ, ਉਹ ਕਿਹੜੀ ਹੈ, ਬੜੀ ਯਾਰੀ ਧਾਰਨਾ ਬੜੀ ਰੱਬ ਨੇ ਬਣਾਇਆ ਮਨ ਜਾਂਦਾ ਪਰ ਗੁਰੂ ਰੱਬ ਨੇ ਬਣਾਇਆ ਰੱਬ ਨੇ ਬਣਾਇਆ ਮਨ ਜਾਂਦਾ ਬਾਬਾ ਜੀ ਤੁਹਾਡੇ ਨਾਲ ਹੀ ਜਾਣਾ ਮਾਰੇ ਨੂੰ ਬਣਾਏਗਾ ਕਿ ਨਾਲ ਹੀ ਤੁਰ ਕੇ ਬੰਦਿਆਂ ਸੀ, ਪਰ ਕੁਝ ਕੁ ਸਮੇਂ ਦਾ ਇਹ ਲੋਕ ਜਿੰਨਾ ਕਿ ਸੱਟ ਲੱਗਦੀ ਹੈ ਤਾਂ ਲੱਗੇ ਨਹੀਂ ਲੱਗੇ ਰੁਕਣਾ ਉਹ ਜਿਹੜੇ ਸਮਾਂ ਜਿਹਦੇ ਤੇ ਕਮਾਲ ਕਰਦਾ ਹੈ ਫਿਰ ਉੱਥੇ ਹੀ ਖੜ ਜਾਂਦੇ ਨੇ। ਸੋਹੇ ਵਾਲਾ ਮਾਲੇ ਕਰਕੇ ਮੈਨੂੰ ਖਲੋਗੇ ਪਰ ਬੜਾ ਸਿੱਖਿਆ ਸਿਖਾਇਆ ਲੱਗਦਾ ਹੈ, ਪਰ ਤੋੜ ਦਾ ਕਰਮ ਹੋਣੀ ਬੜੀ ਔਖੀ ਹੈ।
ਪਹਾੜੀਆਂ ਵਿੱਚ ਪਰਬਤ ਛੁਪ ਜਾਂਦੇ, ਪਰ ਪਿਆਰ ਛਪਾਉਣਾ ਔਖਾ ਹੈ। ਸਿੱਖਿਆ ਸਿਖਾਇਆ ਮਨ ਲੱਗ ਜਾਂਦਾ, ਪਰ ਤੋੜ ਨਿਭਾਉਣਾ ਔਖਾ ਹੈ। ਤੇ ਐਂਡ ਵਾਲੀ ਗੱਲ ਏ, ਬਾਣੀ ਪੜ੍ਹਨੀ ਸੌਖੀ ਏ, ਪਰ ਅਮਲ ਕਮਾਉਣਾ ਔਖਾ ਹੈ। ਕਿਹੜਾ ਹੈ? ਸਾਰੇ ਪੜ੍ਹ ਲੈਂਦੇ ਨੇ ਪੰਜਾਬੀ ਅੱਜ ਕੱਲ੍ਹ ਗੁਰਮੁਖੀ, ਪਰ ਬਾਣੀ ਮੈਨੂੰ ਇਹ ਕੰਮ ਤੋਂ ਰੋਕਦੀ ਏ, ਇਹ ਬੜੀ ਵੱਡੀ ਗੱਲ ਹੈ। ਇੱਥੇ ਰੁਕ ਜਾਓ, ਇੱਥੇ ਬ੍ਰੇਕ ਲਾ ਲੈ, ਅਮਲ ਕਮਾਉਣਾ ਔਖਾ ਏ। ਕਹਿੰਦੇ ਗਿਆ ਜਾ ਕੇ ਬਾਦਸ਼ਾਹ ਨੂੰ, ਕਹਿੰਦਾ ਜੀ ਮੇਰਾ ਜੰਮਣ ਮਰਨ ਕੱਟ ਦਿਓ। ਬਾਦਸ਼ਾਹ ਕਹਿੰਦਾ ਮਾਇਆ ਦੀ ਗੱਲ ਕਰਦਾ। ਕਹਿੰਦੇ ਦਿਸ਼ਾਲਾ ਪਿਆ ਸੀ ਆਪਣੇ, ਉਹ ਚੁੱਕ ਕੇ ਉਹਦੀ ਝੋਲੀ ਵਿੱਚ ਪਾਤਾ। ਕਹਿੰਦੇ ਪਤਾ ਹੀ ਕਿੰਨੇ ਦਾ? ਕਹਿੰਦੇ ਜੀ ਕੀਮਤ 1.5 ਲੱਖ ਦਾ ਹੀ। ਕਹਿੰਦੇ ਕੀ ਕਰਾਂ ਫਿਰ? ਕਹਿੰਦੇ ਤੇਰੀਆਂ 7 ਪੀੜ੍ਹੀਆਂ ਖਾਣਗੀਆਂ, ਤੇਰੀ ਗਰੀਬੀ ਕੱਟ ਦਿੱਤੀ। 7 ਪੀੜ੍ਹੀਆਂ ਤੇਰੇ ਦਰਵਾਜ਼ੇ ਤੇ ਗਰੀਬੀ ਨੇ ਦਖਸ ਨਹੀਂ ਦੇਣੇ, ਗਰੀਬੀ ਨਹੀਂ ਆਏਗੀ। ਕਹਿੰਦਾ ਮੈਂ ਗਰੀਬੀ ਦੀ ਗੱਲ ਨਹੀਂ ਸੀ ਕੀਤੀ, ਮੈਂ ਤਾਂ ਜੰਮਣ ਮਰਨ ਘਟਾਉਣ ਦੀ ਗੱਲ ਕੀਤੀ ਸੀ, ਗਰੀਬੀ ਦੀ ਤੇ ਗੱਲ ਹੀ ਨਹੀਂ ਆਈ। ਕਹਿੰਦੇ ਜੈਸਾ ਸੁਣਿਆ ਸੀ ਉਹਨਾਂ ਦਾ ਪਾਇਆ ਨਹੀਂ। ਕਈ ਵਾਰੀ ਵਡਿਆਈ ਜ਼ਿਆਦਾ ਸੁਣੀ ਦੀ ਹੈ, ਉਹ ਤੋਂ ਪਾਈਦਾ ਨਹੀਂ। ਕਹਿੰਦੇ ਜਿੱਦਾਂ ਸੁਣਿਆ ਸੀ ਉਹਦਾ ਪਾਇਆ ਤਾਂ ਨਹੀਂ, ਪਰ ਚਲੋ ਕੋਈ ਨਾ। ਕਹਿੰਦੇ ਸਤਿਗੁਰੂ ਮੈਂ ਆਪਣਾ ਜੰਮਣ ਮਰਨ ਘਟਾਉਣਾ ਹੈ। ਕਹਿੰਦੇ ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਤਿਗੁਰੂ ਹੀ ਹੈ, ਮੈਂ ਤੇ ਰਾਜਾ ਹੈ ਜਹਾਂਗੀਰ। ਕਹਿੰਦੇ ਉਹ ਹੋ ਮੈਂ ਤੇ ਗਲਤ ਆ ਗਿਆ। ਕਹਿੰਦੇ ਉੱਠ ਪਿਆ ਤੇ ਉਹ ਜਿਹੜਾ ਦਿਸ਼ਾਲਾ ਸੀ ਉਹ ਚੁੱਕ ਕੇ ਉੱਥੇ ਰੱਖ ਦਿੱਤਾ, ਤੇ ਟੰਗਾ ਚੁੱਕਿਆ ਤੇ ਚੁੱਕ ਕੇ ਵਾਪਸ ਆ ਗਿਆ। ਘਾਹ ਦੀ ਪੰਡ ਸਿਰ ਤੇ ਚੁੱਕ ਲਈ। ਬਾਦਸ਼ਾਹ ਹੱਦ ਹੋ ਗਈ। ਕਹਿੰਦੇ ਮੇਰੀ ਸਿੱਖ ਦੀਆਂ ਨਜ਼ਰਾਂ ਵਿੱਚ ਇੱਕ ਟਕੇ ਦੀ ਵੀ ਕੀਮਤ ਨਹੀਂ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ। ਬਾਦਸ਼ਾਹ ਉਹ ਆਪਣੀ ਜਗ੍ਹਾ ਪਗਲ, ਮਾਸਾ ਵੀ ਪਰਵਾਹ ਨਹੀਂ ਬਾਦਸ਼ਾਹ ਦੀ ਗੁਰਮਖੋ। ਤੇ ਤਦੇ ਤੇ ਗੁਰੂ ਦੀ ਬਾਣੀ ਕਹਿੰਦੀ ਹੈ, ਜਿਹਦੇ ਕੋ ਨਾਮ ਦਾ ਖਜ਼ਾਨਾ, ਉਹ ਝੂਠੇ ਦਾਨਿਆਂ ਤੋਂ ਨਹੀਂ ਡਰਦੇ ਕਦੇ, ਹੋਏਗਾ ਆਪਣੀ ਜਗ੍ਹਾ। ਉਹ ਰਾਜਾ ਦੁਨੀਆ ਦਾ ਜਿਹਦਾ ਮਨ ਹੈ ਨਾਮ ਵਿੱਚ, ਚੁੱਕ ਕੇ ਨਾ ਟਕਾ ਤੇ ਚਲਿਆ ਗਿਆ। ਹੁਣ ਬਾਦਸ਼ਾਹ ਆਪਣੇ ਤਖਤ ਤੋਂ ਉੱਠ ਕੇ ਨਾਲ ਹੀ ਚਲੇ ਗਿਆ। ਕਹਿੰਦਾ ਵੇਖਾਂ ਤੇ ਸਹੀ ਮੇਰੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੈ। ਕਈ ਵਾਰੀ ਬੰਦਾ ਕਹਿੰਦਾ ਮੈਂ ਵੀ ਤੇ ਬਾਬਾ ਹੀ ਆ, ਫਰਕ ਕੀ ਹੈ ਮਹਾਂਪੁਰਖਾਂ ਵਿੱਚ ਤੇ ਸਾਡੇ ਵਿੱਚ। ਗੁਰਮੁਖੋ ਉਹਨਾਂ ਵਿੱਚ ਬਸ ਇੰਨਾ ਕੁ ਫਰਕ ਹੈ ਕਿ ਗੁਰਮੁਖ ਰੋਮ ਹਰ ਧਿਆਵੇ। ਸੰਤ ਬਾਬਾ ਜਵਾਲਾ ਸਿੰਘ ਜੀ ਹੋਏ ਨੇ ਆਪਣੇ ਸਰੀਰ ਨੂੰ ਲੱਗ-ਲੱਗ ਕਰਕੇ ਰੱਖ ਦਿੰਦੇ ਸਨ। ਸਵੇਰੇ ਸਿਰ ਕਿਤੇ ਪਿਆ ਹੋਣਾ, ਚਰਨ ਕਿਤੇ ਪਏ ਹੋਣੇ, ਬਾਹਾਂ ਕਿਤੇ ਪਏ ਹੋਣੀਆਂ। ਕਈਆਂ ਨੇ ਤੇ ਸੇਵਾਦਾਰ ਵੇਖ ਕੇ ਡਰ ਜਾਂਦੇ ਸੀ। ਕਹਿੰਦੇ ਅਸੀਂ ਨੇ ਸਰੀਰ ਖੋਲ ਕੇ ਰੱਖ ਲਈਦਾ, ਪੰਜਾਂ ਤੱਤਾਂ ਦਾ ਸਰੀਰ ਹੈ। ਮਿੱਟੀ ਵਿੱਚ ਮਿੱਟੀ ਮਿਲ ਜਾਂਦੀ ਹੈ, ਪਾਣੀ ਵਿੱਚ ਪਾਣੀ ਮਿਲ ਜਾਂਦਾ। ਇਹਨਾਂ ਦੇ ਕਮਾਈ ਵਾਲੇ ਨੇ। ਪਰ ਉਹ ਗੱਲ ਵੱਖਰੀ ਹੈ ਜੇ 4 ਕਿਤਾਬਾਂ ਪੜ੍ਹ ਕੇ ਕਹਿੰਦੇ ਨੇ ਕਈ ਮਹਾਂਪੁਰਖ ਨਹੀਂ ਹੁੰਦੇ, ਜਿਨ੍ਹਾਂ ਨੇ ਕਦੇ ਇਤਿਹਾਸ ਪੜ੍ਹਿਆ ਨਹੀਂ,
ਗੁਰਮੁਖੋ ਮਹਾਂਪੁਰਖ ਕਿਉਂ ਨਹੀਂ ਹੁੰਦੇ, ਪਤਾ ਹੀ ਨਹੀਂ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਡੇ ਜਨਮ ਹੋਏ। ਹੁਣ ਆਪਾਂ ਉਹਨਾਂ ਦੀ ਕਿਰਪਾ ਨਾਲ ਤੁਰੇ ਫਿਰੀਏ, ਅੱਜ ਆਪਾਂ ਕਹਿੰਦੇ ਬਾਬਾ ਹੀ ਨਹੀਂ ਹੁੰਦੇ। ਕਈਆਂ ਨੇ ਲਿਖਾਇਆ ਹੁੰਦਾ ਬਾਬੇ ਭਜਾਓ ਪੰਥ ਬਚਾਓ, ਪਰ ਗੁਰਮੁਖੋ ਹਕੀਕਤ ਹੈ ਜੇ ਪੰਥ ਬਚਿਆ ਤੇ ਬਚੇ ਹੀ ਬਾਬਿਆਂ ਕਰਕੇ। ਜੇ ਕਰਨੀ ਵਾਲੇ ਕਮਾਈ ਵਾਲੇ ਨਾ ਹੁੰਦੇ ਤੇ ਕੀ ਪਤਾ ਕਿੱਧਰ ਹੋ ਜਾਣਾ ਸੀ। ਜੇ ਏਡੇ ਏਡੇ ਕਮਾਈ ਵਾਲੇ ਗੁਰਸਿੱਖ ਹੋਏ ਨੇ, ਕਿੰਨੇ ਕਿੰਨੇ ਮਹਾਂਪੁਰਖ ਕਮਾਈ ਹੈ ਗੁਰਮੁਖੋ। ਹਕੀਕਤ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਬਾਬਤ ਕਹਿੰਦੇ ਨੇ ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ। ਕਹਿੰਦੇ ਨਰਕ ਵੀ ਥਾਂ ਨਹੀਂ ਦਿੰਦੇ ਉਹਨਾਂ ਨੂੰ ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ, ਨਰਕ ਵੀ ਨਹੀਂ ਝੱਲਦੇ ਨੇ ਇਹ ਕਿਰਤ ਕਰਨ ਬੰਦੇ ਨੂੰ। ਹਾਂ ਜਿੱਥੇ ਅਸਲ ਹੈ ਉਹਦੇ ਨਕਲ ਵੀ ਹੈ, ਇਹ ਪਹਿਚਾਨ ਕਰ ਲਓ ਕਿ ਜਿਹੜੀ ਨਕਲ ਹੈ ਉਹਦੇ ਮਗਰ ਨਹੀਂ, ਪਰ ਅਸਲ ਨੂੰ ਕਦੇ ਨਿੰਦਣਾ ਨਹੀਂ। ਜਿਨ੍ਹਾਂ ਦੇ ਪੱਲੇ ਹੈ ਉਹਨਾਂ ਨੂੰ ਕਦੇ ਨਹੀਂ ਕਹਿਣਾ ਕਿ ਉਹ ਮਹਾਂਪੁਰਖ ਨਹੀਂ ਹੋਏ। ਸਾਡੇ ਕੋਲ ਨਹੀਂ ਹੋਇਆ ਕੀ ਕਰੀਏ, ਪਰ ਉਹਨਾਂ ਨੂੰ ਤੇ ਨਿੰਦਣ ਦਾ ਕੋਈ ਹੱਕ ਨਹੀਂ ਨਾ ਬਣਦਾ ਸਾਡਾ। ਤੇ ਕਹਿੰਦੇ ਕਮਾਈ ਵਾਲਾ ਗੁਰਸਿੱਖ ਜਾ ਕੇ ਨਾ ਹੁਣ ਬਾਦਸ਼ਾਹ ਵੀ ਨਾਲ ਤੁਰ ਪਿਆ। ਫਰਕ ਕੀ ਹੈ ਉਹਦਾ ਵਿੱਚ ਤੇ ਮੇਰੇ ਵਿੱਚ ਇੰਨਾ ਫਰਕ ਸੀ। ਜਦੋਂ ਗਿਆ ਤੇ ਸਿੱਖਾਂ ਨੂੰ ਦੇਖਿਆ ਤੇ ਕਹਿੰਦੇ ਮਨ ਵਿੱਚ ਠੰਡ ਪੈ ਗਈ। ਸਿਰਫ ਸਿੱਖਾਂ ਨੂੰ ਹੀ ਦੇਖਿਆ ਸੀ, ਪਹਿਰੇਦਾਰੀ ਤੇ ਖਲੋਤੇ, ਮਨ ਵਿੱਚ ਠੰਡ ਪੈ ਗਈ। ਗੁਰਸਿੱਖ ਗੁਰੂ ਦੇ ਪਿਆਰੇ ਜਿਸ ਵੇਲੇ ਮਨ ਹੋਏ ਆਨੰਦ ਸੋ ਇੰਨੀ ਠੰਡ ਵਰਤੀ ਮਨ ਵਿੱਚ ਸਿੱਖਾਂ ਨੂੰ ਮਿਲ ਗਈ। ਚਾਹ ਕਹਿੰਦੇ ਆਹ ਨੇ ਗੁਰੂ ਦੇ ਪਿਆਰੇ, ਜਿਨ੍ਹਾਂ ਨੂੰ ਵੇਖਦੇ ਹੀ ਚਾਹ ਚੜ ਗਿਆ। ਉਹਨਾਂ ਦਾ ਤੇ ਬਾਦਸ਼ਾਹ ਨੇ ਵੀ ਮਨ ਨਹੀਂ ਭਰਿਆ। ਸਿੱਖਾਂ ਨੂੰ ਵੇਖ ਕੇ ਚਾਹ ਚੜ ਗਿਆ, ਅੰਦਰ ਗਿਆ ਕਹਿੰਦੇ ਮਿਲੋ ਸਤਿਗੁਰੂ ਨੂੰ। ਜਦੋਂ ਮਿਲੇ ਹੁਣ ਇੱਥੇ ਕ ਧਿਆਨ ਦੇ ਦਿਓ 10-15 ਮਿੰਟਾਂ ਵਾਸਤੇ। ਕਹਿੰਦੇ ਜਦੋਂ ਮਿਲੇ ਤੇ ਸਤਿਗੁਰੂ ਨਾ ਅੱਗੋਂ ਖਲੋ ਗਏ ਤਖਤ ਦੇ ਉੱਤੋਂ। ਵੇਖੋ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ। ਵੇਖੋ ਬਾਦਸ਼ਾਹ ਵਾਂਗੂ ਨਹੀਂ ਹੋਰ ਚੌੜਾ ਹੋ ਗਿਆ। ਕਹਿੰਦੇ ਸਤਿਗੁਰੂ ਖਲੋ ਗਏ, ਕਹਿੰਦੇ ਆ ਜਾਓ ਸਿੱਖਾਂ ਤੇਰੀਆਂ ਉਡੀਕਾਂ ਹੋ ਰਹੀਆਂ ਨੇ, ਆ ਜਾ। ਕਹਿੰਦੇ ਜਦੋਂ ਸਿੱਖ ਚਰਨਾਂ ਤੇ ਮੱਥਾ ਟੇਕਣ ਲੱਗਾ ਨਾ ਟਕਾ ਰੱਖ ਕੇ, ਸਤਿਗੁਰੂ ਜੀ ਨੇ ਮੋਢਿਆਂ ਤੋਂ ਫੜ ਕੇ ਉਹ ਸਿੱਖ ਨੂੰ ਗਲ ਦੇ ਨਾਲ ਲਾ ਲਿਆ। ਕਹਿੰਦੇ ਤੇਰੀ ਜਗ੍ਹਾ ਮੇਰੇ ਪੈਰਾਂ ਵਿੱਚ ਨਹੀਂ, ਤੇਰੀ ਜਗ੍ਹਾ ਤੇ ਮੇਰੇ ਦਿਲ ਦੇ ਵਿੱਚ। ਪੈਰਾਂ 'ਚ ਕਿਉਂ ਡਿੱਗਦਾ ਹੈ? ਇੰਨਾ ਪਿਆਰ ਮਿਲ ਜਾਏਗਾ ਕਿਤੇ ਹੋਰ ਕੋਈ ਹੈ ਤੇ ਦੱਸ ਦਿਓ ਕਿ ਫਲਾਣਾ ਇੰਨਾ ਪਿਆਰ ਦਿੰਦਾ ਹੈ। ਇੰਨਾ ਪਿਆਰ ਕਿਤੇ ਨਹੀਂ ਮਿਲੇਗਾ ਜਿੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਿੰਦੇ ਨੇ। ਜਾ ਕੇ ਚਰਨਾਂ ਤੇ ਡਿੱਗਣ ਲੱਗਾ, ਸਤਿਗੁਰੂ ਨੇ ਗਲ ਨਾਲ ਲਾ ਲਿਆ। ਕਹਿੰਦੇ ਸਿੱਖਾ ਲਿਆ ਪ੍ਰਸ਼ਾਦਾ ਲਿਆ। ਕਹਿੰਦੇ ਮਹਾਰਾਜ ਪ੍ਰਸ਼ਾਦਾ? ਕਹਿੰਦੇ 2 ਵਾਰੀ ਸਿੱਖ ਪ੍ਰਸ਼ਾਦਾ ਲੈ ਕੇ ਆ ਗਿਆ ਸੀ, ਮਹਾਰਾਜ ਨੇ ਛਕਿਆ ਨਹੀਂ। ਕਹਿੰਦੇ ਮਹਾਰਾਜ ਤੁਸੀਂ ਕਿਉਂ ਨਹੀਂ ਛਕਿਆ ਪ੍ਰਸ਼ਾਦਾ? ਤੁਸੀਂ ਨੇ ਛਕ ਲੈਣਾ ਸੀ। ਕਹਿੰਦੇ ਜਦੋਂ ਤੂੰ ਭੁੱਖਾ ਹੈ ਤੇ ਮੈਂ ਕਿੱਦਾਂ ਖਾ ਲਾਂ? ਜਿਹੜੀ ਮਾਂ ਦਾ ਪੁੱਤ ਭੁੱਖਾ ਹੋਏ ਤਾਂ ਮਾਂ ਤੇ ਬੁਰਕੀ ਸੰਗ ਦੇ ਥੱਲੇ ਜਾਂਦੀ ਹੈ। ਜਿਹਦਾ ਪੁੱਤ ਭੁੱਖਾ ਹੋਵੇ ਰੋਟੀ ਨਾ ਖਾਵੇ, ਪੁੱਤ ਨੂੰ ਬੁਖਾਰ ਹੋਏ ਤਾਂ ਮਾਂ ਨੂੰ ਨਾਲ ਹੀ ਚੜ ਜਾਂਦਾ। ਇਹ ਕਹਿੰਦੇ ਮੈਂ ਕਿੱਦਾਂ ਰੋਟੀ ਖਾ ਲੈਂਦੇ ਆ? ਹੱਦ ਹੋ ਗਈ। ਜਦੋਂ ਤੁਸੀਂ ਨਹੀਂ ਛਕਿਆ ਤੇ ਮੈਂ ਕਿੱਦਾਂ ਛਕਦਾ? ਜਾ ਸਿੱਖਾ। ਹੁਣ ਸਿੱਖ ਵੀ ਰੋ ਰਿਹਾ ਏ ਤੇ ਸਤਿਗੁਰੂ ਦੇ ਹੰਝੂ ਆ ਗਏ ਪਿਆਰ ਦੇ। ਵੇਖੋ ਇੰਨੇ ਪਿਆਰ ਵਾਲੇ ਧੰਨ ਨੇ। ਅਰਜ਼ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਧੰਨ ਹੈ ਗੁਰੂ ਤੇ ਧੰਨ ਨੇ ਗੁਰੂ ਦੇ ਪਿਆਰੇ ਜਿਹੜਾ ਇੰਨਾ ਪਿਆਰ ਕਰਦੇ ਨੇ ਗੁਰੂ ਨਾਲ। ਉਹਨਾਂ ਦੀਆਂ ਤੇ ਗੱਲਾਂ ਕੀ ਕਹੀਏ, ਬਸ ਇੱਥੇ ਹੀ ਤੱਕ ਸਮਾਪਤੀ ਹੈ। ਗੁਰਮੁਖੋ ਸਤਿਗੁਰੂ ਦੀ ਬਾਣੀ ਦਾ ਫੈਸਲਾ ਲਈਏ। ਸਤਿਗੁਰੂ ਕਹਿੰਦੇ ਉਹਨਾਂ ਦੀਆਂ ਤੇ ਗੱਲਾਂ ਹੀ ਨੇ ਨਿਆਰੀਆਂ। ਗੁਰਮੁਖੋ ਜਿਨ੍ਹਾਂ ਨੇ ਗੁਰੂ ਦੇ ਨਾਲ ਪਿਆਰ ਕੀਤਾ, ਮੁਹੱਬਤ ਕੀਤੀ, ਉਹਨਾਂ ਦੇ ਤੇ ਨਾਮ ਅੱਜ ਵੀ ਸਤਿਗੁਰੂ। ਦਿਨ ਕੀ ਕਥਾ ਨਿਰਾਰੀ ਰੇ, ਦਿਨ ਕੀ ਕਥਾ ਗੱਲਾਂ ਹੀ ਨੇ ਨਿਆਰੀਆਂ। ਗੁਰਮੁਖੋ ਗੁਰੂ ਦੇ ਪਿਆਰ ਵਾਲਿਆਂ ਦੀਆਂ ਤੇ ਗੱਲਾਂ ਨਿਆਰੀਆਂ ਨੇ।
ਗੁਰਮੁਖੋ ਸਤਿਗੁਰੂ ਨੇ ਕਹਿੰਦੇ ਲੈ ਕੇ ਆ ਪ੍ਰਸ਼ਾਦਾ ਛਕਿਆ ਤੇ ਸਤਿਗੁਰੂ ਦੇ ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਕਹਿੰਦੇ ਸਤਿਗੁਰੂ ਨੇ ਆਪਣੇ ਹੱਥਾਂ ਦੇ ਨਾਲ ਤੋੜ ਕੇ ਬੁਰਕੀਆਂ ਗਰਾਹੀਆਂ ਉਹ ਸਿੱਖ ਨੂੰ ਛਕਾਈਆਂ ਲੈ ਸਿੱਖਾ ਛਕ ਇੱਥੋਂ ਤੱਕ ਲਿਖਿਆ ਹੋਇਆ ਕਹਿੰਦੇ ਲੈ ਛਕ ਇੰਨਾ ਪਿਆਰ ਗੁਰਮੁਖੋ ਕਹਿੰਦੇ ਮੰਗ ਕੀ ਮੰਗਣਾ ਕਹਿੰਦੇ ਸਤਿਗੁਰੂ ਤੁਹਾਡੇ ਦਰਸ਼ਨ ਹੋ ਗਏ ਹੁਣ ਚਾਹੀਦਾ ਨਹੀਂ ਜੈਸਾ ਸਤਿਗੁਰੂ ਸੁਣੀਦਾ ਐਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰਿ ਦਰਗਹਿ ਕਾ ਸਤਿਗੁਰੂ ਚਾਹੀਦਾ ਹੀ ਨਹੀਂ ਕਹਿੰਦੇ ਮੰਗ ਲੈ ਬੜੇ ਚਿਰ ਦਾ ਪੁਕਾਰ ਕਰਨਾ ਅਮੀਰ ਕਰ ਦਈਏ ਤੈਨੂੰ ਮਾਇਆ ਦੇ ਦਈਏ ਕਹਿੰਦੇ ਨਹੀਂ ਦੁਨੀਆ ਦਾ ਰਾਜ ਦੇ ਦਈਏ ਨਹੀਂ ਕਹਿੰਦੇ ਕੀ ਚਾਹੀਦਾ ਮੰਗ ਲੈ ਕਹਿੰਦੇ ਸਤਿਗੁਰੂ ਵੈਸੇ ਤੇ ਇੱਛਾ ਨਹੀਂ ਜੇ ਕੁਝ ਜ਼ਿਆਦਾ ਹੀ ਕਹਿੰਦੇ ਹੋ ਤਾਂ ਫਿਰ ਜਿੰਨੀ ਕਿਰਪਾ ਕਰ ਦਿਓ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਮਾ ਕਿਰਪਾ ਕਰ ਦਿਓ एक शब्द मेरे प्राण वस्त है बहुत जन्मना सिद्धिक कर दो कृपा जी मैं बहुत जन्मना ये हुई मेरी बेनती गुलाब जी मैं बहुत जन्मना ये हुई मेरी बेनती गुलाब कलंदर कट ही तीरथ नावा एक शब्द मेरे प्राण वस्त है बाहुड़ जन्मना सतगुरु कृपा कर दिओ ते सतगुरु ने कृपा कर दित्ती ते जम्मण मरण कट दिता देखो कोई कहंदा आ दुख माड़ा कोई कहंदा आ दुख माड़ा दुख ते सारे माड़े ने लगदे पर गुरमुखो सतगुरु जो बाणी विच कहंदे ने जम्मण मरना कहते सब तो बड़ा रोगे हो विच आया हो विच गया हो विच जमया ते हो विच कहते जमदा फिरदा मरदा फिरदा जमया आ गया कई जन्म पे कीट पतंगा कई जन्म गज मीन कुरंगा कई जन्म पंखी सर्प होयो कई जन्म है बिरबख जोयो
ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰਮ ਕਾਲ ਇਹ ਤੇ ਬੜੇ ਚਿਰਾਂ ਬਾਅਦ ਸਮਾਂ ਮਿਲਿਆ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ। ਕਹਿੰਦੇ ਜੁਗ ਬੜਾ ਵੱਡਾ ਹੁੰਦਾ ਹੈ, ਇੱਕ ਹੁੰਦਾ ਹੈ ਜਨਮ, ਇੱਕ ਹੁੰਦਾ ਹੈ ਜੁਗ। ਪਰ ਸਤਿਗੁਰੂ ਇੱਥੇ ਜੁਗ ਦੀ ਗੱਲ ਕਰਦੇ ਨੇ। ਕਹਿੰਦੇ ਬੜਾ ਹੀ ਚਿਰ ਹੋ ਗਿਆ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹੈ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਵੇਖਿਓ ਕਿਤੇ ਗੁਰਮੁਖੋ ਇੱਥੇ ਹੀ ਨਾ ਜਨਮ ਚਲੇ ਜੇ ਸਾਡਾ। ਇਹਨੂੰ ਨਿੰਦ ਲਿਆ, ਉਹਨੂੰ ਨਿੰਦ ਲਿਆ, ਉਹਦੀ ਮਾੜੀ ਚੀਜ਼ ਦਾ ਗੁਣ ਫੜ ਲਿਆ। ਜਿੱਥੇ ਚੰਗੇ ਫੜਨੇ ਮਾੜੇ ਫੜਨੇ ਉੱਥੇ ਚੰਗੇ ਫੜ ਲਿਆ ਕਰੀਏ। ਸਾਡੇ ਮਹਾਂਪੁਰਖ ਦੱਸਦੇ ਸਨ ਜਦੋਂ ਇਨਸਾਨ ਕਹਿੰਦੇ ਬਗਾਨਿਆਂ ਦੇ ਵਿੱਚੋਂ ਗੁਣ ਲੱਭਣ ਲੱਗ ਜੇ ਤੇ ਸਮਝ ਲਓ ਬੰਦਾ ਸਹੀ ਰਸਤੇ ਪੈ ਗਿਆ। ਪਰ ਅਸੀਂ ਪੁੱਠੇ ਚੱਲਦੇ ਆ। ਲੱਭਦੇ ਤੇ ਜ਼ਰੂਰ ਆ ਪਰ ਗੁਣ ਨਹੀਂ, ਅਵਗੁਣ ਲੱਭਦੇ ਆ। ਗੁਰਮੁਖੋ ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕੋ, ਗੁਰੂ ਦੇ ਸਿੰਘ ਸੱਜ ਜਾਓ। ਇਹ ਬੇਨਤੀ ਨੂੰ ਪ੍ਰਵਾਨ ਕਰਿਓ ਫਿਰ ਹੀ ਸਾਡਾ ਪਾਰ ਉਤਾਰਾ ਹੈ। ਕੁੰਭੇ ਬੰਦਾ ਜਲ ਰਹਾ ਜਲ ਬਿਨ ਕੁੰਭ ਨ ਹੋਏ ਗਿਆਨ ਕਾ ਬੰਦਾ ਮੰਗ ਰਹੇ ਗੁਰ ਬਿਨ ਗਿਆਨ ਨ ਹੋਏ। ਜਿੱਦਾਂ ਤੇ ਮੈਂ ਹਰ ਇਲਾਕੇ ਵਿੱਚ ਆਇਆ ਬੇਨਤੀ ਮੈਂ ਕੀਤੀ ਹੈ ਪਰ ਮੈਂ ਇੱਥੇ ਵੀ ਕਰਦੇ ਆ। ਸਾਰੇ ਜਾਣੇ ਪਿਆਰ ਨਾਲ ਪੜਿਓ ਫਿਰ ਆਪਾਂ ਸਮਾਪਤੀ ਕਰਨੇ ਆ। ਸਮਾਂ ਦਿੱਤਾ ਹੋਇਆ ਹੋ ਚੁੱਕਿਆ ਹੈ। ਸਾਰੇ ਪਿਆਰ ਨਾਲ ਆਪ ਜੀ ਬੈਠੇ ਹੋ, ਸਰਵਣ ਵੀ ਕੀਤਾ ਹੈ ਤੇ ਦਿਲ ਵੀ ਖੁਸ਼ ਹੋਇਆ ਹੈ। ਜਿੱਥੇ ਹਿਲਜੁਲ ਨਾ ਹੋਵੇ, ਰੋਲਾ ਨਾ ਪਵੇ, ਸੰਗਤ ਸੁਣੇ। ਕਈ ਵਾਰੀ ਕੀਰਤਨ ਕਰਨ ਜਾਈਦਾ ਤੇ ਕਹਿੰਦੇ ਬਾਬਾ ਜੀ ਸਮਾਂ ਕਿੰਨਾ ਲਾਓਗੇ? ਮਹਾਰਾਜ ਕਿਰਪਾ ਤੁਹਾਡੇ ਤੇ ਸੰਗਤ ਡਿੱਗਦੀ ਹੈ ਤੇ ਮੈਂ ਫਿਰ ਇਹੋ ਕਹਿੰਦਾ ਉਹਨਾਂ ਨਾ ਮੇਰੀ ਇਹ ਚੱਲਣੀ ਨਾ ਤੁਹਾਡੀ ਚੱਲਣੀ ਜਿੰਨਾ ਚਿਰ ਸੰਗਤ ਨਾ ਉੱਠੂ ਮੈਂ ਸੁਣਾ। ਪਰ ਜਦੋਂ ਸੰਗਤ ਵਿੱਚ ਹਿਲਜੁਲ ਹੋਵੇ ਤੇ ਫਿਰ ਗੁਰਮੁਖ 10 ਮਿੰਟ ਵੀ ਲਾਉਣੇ ਔਖੇ ਹੋ ਜਾਂਦੇ। ਫਿਰ ਨਹੀਂ ਉਹ ਕਿਸੇ ਨੂੰ ਲਿਆਓ ਫਿਰ ਦਿਲੇ ਉਹ ਨਹੀਂ ਲੱਗਦਾ ਗੁਰਮੁਖ। ਜਦੋਂ ਸੰਗਤ ਸੁਣੇ ਤੇ ਫਿਰ ਹੀ ਸੁਣਾਉਣ ਦਾ ਆਨੰਦ ਹੈ ਨਾ। ਆਪ ਜੀ ਨੇ ਬੜੀ ਕਿਰਪਾ ਕੀਤੀ, ਉੱਠੇ ਨਹੀਂ ਪ੍ਰਵਾਨ ਕਰ ਲਈ ਬੇਨਤੀ। ਆਖਰੀ ਧਾਰਨਾ ਪੜ੍ਹਦੇ ਆ ਫਿਰ ਆਪਾਂ ਸਮਾਪਤੀ ਵੱਲ ਵੱਧਦੇ ਆ। ਸਾਰੇ ਜਾਣੇ ਜਪਿਓ ਤੇ ਸਾਰੇ ਜਾਣੇ ਪੜਿਓ। ਅਰਜ ਹਮੇਸ਼ਾ ਹੀ ਕੀਤੀ ਹੈ ਗੁਰਮੁਖੋ ਵੀਰੋ ਕੇਸ ਰੱਖੋ ਕਿਰਪਾਨਾ ਪਾਓ ਪੰਜ ਕਾਰੀ ਧਾਰਨੇ ਹੋਵੋ। ਜਿੱਥੇ ਵੀਰਾਂ ਨੂੰ ਅਰਜੇ ਉੱਥੇ ਬੀਬੀਆਂ ਨੂੰ। ਗੁਰਮੁਖੋ ਕਈ ਵਾਰੀ ਕਹਿਣਗੇ ਤੁਸੀਂ ਭਾਈਆਂ ਨੂੰ ਕਹਿੰਦੇ ਬੀਬੀਆਂ ਨੂੰ ਕਹਿੰਦੇ ਹੀ ਨਹੀਂ। ਗੁਰਮੁਖੋ ਬੀਬੀਆਂ ਲਈ ਵੀ ਇਹ ਹੁਕਮ ਹੈ ਕਿ ਜਿੱਥੇ ਸਰਦਾਰ ਨੂੰ ਸਿੱਖ ਨੂੰ ਦਸਤਾਰ ਦਿੱਤੀ ਹੈ ਉੱਥੇ ਬੀਬੀਆਂ ਨੂੰ ਵੀ ਦਸਤਾਰ ਦਿੱਤੀ ਹੈ। ਸਤਿਗੁਰੂ ਨੇ ਕਾਣੀ ਵੰਡ ਨਹੀਂ ਕੀਤੀ ਕਿ ਸਿੱਖਾਂ ਨੂੰ ਦੇ ਦਿੱਤੀ ਤੇ ਬੀਬੀਆਂ ਨੂੰ ਰਹਿੰਦੀ। ਸਤਿਗੁਰੂ ਕਹਿੰਦੇ ਜੇ ਉਹ ਸਿੱਖ ਨੇ ਤਾਂ ਤੁਸੀਂ ਕੌਰ ਹੋ, ਜੇ ਉਹ ਸਿੰਘ ਨੇ ਤਾਂ ਤੁਸੀਂ ਸ਼ੇਰਨੀਆਂ ਹੋ। ਸਤਿਗੁਰੂ ਨੇ ਦਰਜਾ ਬਰਾਬਰ ਦਿੱਤਾ ਹੈ, ਕਾਣੀ ਵੰਡ ਨਹੀਂ ਕੀਤੀ। ਜੇ ਉਹ ਦਸਤਾਰਾਂ ਵਰਤੇ ਤਾਂ ਤੁਸੀਂ ਵੀ ਬਣੋ, ਜੇ ਉਹ ਬਾਣੀ ਪੜ੍ਹਦੇ ਨੇ ਤਾਂ ਤੁਸੀਂ ਵੀ ਪੜ੍ਹੋ। ਇਹ ਨਹੀਂ ਕਿਹਾ ਕਿ ਤੁਸੀਂ ਵੱਖੋ ਤੇ ਉਹ ਵੱਖੋ। ਪਰ ਜੇ ਨਹੀਂ ਨਾ ਦਸਤਾਰਾਂ ਵੱਜਦੀਆਂ ਤੇ ਗੁਰਮੁਖੋ ਕੇਸ ਕੀ ਤੇ ਘੱਟੋ ਘੱਟ ਆਪਾਂ ਸਿਰ ਤੇ ਬੰਨੀਏ, ਅੰਮ੍ਰਿਤ ਛਕ ਕੇ ਗੁਰੂ ਦੀ ਬਾਣੀ ਪੜ੍ਹੀਏ। ਇੰਨੀ ਤੇ ਗੱਲ ਵੱਖਰੀ ਹੈ। ਅੱਜ ਸਾਡੇ ਸਿਰ ਨੰਗੇ ਹੁੰਦੇ ਨੇ, ਬਾਜਾਂ ਵਾਲਾ ਸਾਡੇ ਤੇ ਖੁਸ਼ ਨਹੀਂ ਹੋਣਾ। ਇਹ ਤੇ ਕਈ ਵਾਰੀ ਕਹਿਣਗੇ ਭਾਈਆਂ ਨੂੰ ਹੀ ਕਹਿ ਗਏ ਬਾਬੇ ਸਾਨੂੰ ਥੋੜੀ ਕਿਹਾ। ਇਹ ਗੁਰਮੁਖੋ ਜ਼ਰੂਰੀ ਹੈ ਬੀਬੀਆਂ ਨੂੰ ਵੀ ਅਰਜ਼ ਹੈ ਕਿ ਜ਼ਰੂਰ ਸਿਰ ਕੱਜ ਕੇ ਤੇ ਹਮੇਸ਼ਾ ਪਟਕੀ ਆਉਂਦੀ ਹੈ ਉਹ ਸਿਰ ਤੇ ਬੰਨੋ। ਗੁਰੂ ਦਾ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਇਹ ਹਮੇਸ਼ਾ ਤੇ ਕੀਤੀ ਤੇ ਕਰਦੇ ਰਹਾਂਗੇ ਜਦੋਂ ਤੱਕ ਸਾਹ ਹੈ ਸਰੀਰ ਵਿੱਚ। ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਜਾਓ ਤੇ ਰੱਖੋ ਵੀਰ ਕੇਸ ਦਾੜੀਆਂ।
ਹੁੰਦੇ ਨੇ ਅਸੀਂ ਹੁਣ ਚਾਹੁੰਦੇ ਜਦੋਂ ਸਾਨੂੰ ਤੁਹਾਡਾ ਪਰਿਵਾਰ ਚਲਿਆ ਗਿਆ ਕਿ ਕੋਈ ਨਹੀਂ ਮੇਰਾ ਪਰਿਵਾਰ ਉਹਨੇ ਛੁੱਟੀ ਪਤਾ ਸਾਨੂੰ ਤੁਹਾਡਾ ਨਾਮ ਸਾਹਿਬ ਹੋ ਰਿਹਾ ਸਤਿਗੁਰੂ ਕਹਿੰਦੇ ਹੋਇਆ ਨਹੀਂ ਛੱਡਿਆ ਕਿਦਾਂ ਨਹੀਂ ਕਹਿੰਦੇ ਬਾਹਰ ਘਰ ਚਲੇ ਗਿਆ ਮੈਂ ਤਾਂ ਸਿੱਖਾਂ ਦੇ ਦਿਲ ਵਿੱਚ ਰਹੀ ਪਿਆਰ ਵਾਲਿਆਂ ਦੇ ਦਿਲਾਂ ਵਿੱਚ ਘਰ ਬਣੇ ਹੋਏ ਸਤਿਗੁਰੂ ਤੁਹਾਡਾ ਖਜ਼ਾਨਾ ਰੁੜ ਗਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪਿਆਰ ਤੋਂ ਵੱਡਾ ਕੋਈ ਖਜ਼ਾਨਾ ਹੀ ਨਹੀਂ ਹੁੰਦਾ ਸਿੱਖ ਮੇਰੇ ਜਾਨਾ ਮਾਰ ਕੇ ਮੈਂ ਖਜ਼ਾਨਾ ਨਹੀਂ ਬਾਤ ਕਰਦਾ ਸਤਿਗੁਰੂ ਸਭ ਚਲੇ ਗਏ ਛੋਟੇ ਸਾਹਿਬਜ਼ਾਦੇ ਚਲੇ ਗਏ ਵੱਡੇ ਚਲੇ ਗਏ ਕਹਿੰਦੇ ਉਹ ਫਿਰ ਕੀ ਹੋਇਆ ਚਾਰ ਚਲੇ ਗਏ ਤੇ ਆ ਬਾਕੀ ਦੇ ਬੈਠੇ ਨੇ ਇੱਕ ਪੁੱਤਰ ਨੇ ਕਿ ਉਸ ਪਰ ਬਾਤ ਕੇ ਸਤ ਚਾਰ ਹੋਏ ਤੋਂ ਕਿਆ ਹੁਆ ਕੀਮਤ ਜਿਹੜੇ ਬਾਕੀ ਬੈਠੇ ਨੇ ਮੇਰੇ ਪੁੱਤ ਨੇ ਇਹ ਵੀ ਤਾਂ ਮੇਰੇ ਹੀ ਨੇ ਅੱਜ ਮੈਂ ਤੇ ਮੇਰੇ ਪੁੱਤ ਨੇ ਕੀਤਾ ਇੱਥੋਂ ਤੱਕ ਦੇ ਬੰਦਾ ਮੇਰੇ ਪੁੱਤ ਚਲੇ ਗਏ ਕੋਈ ਨਹੀਂ ਹੈ ਵੀ ਮੇਰੇ ਪੋਤੀ ਨੇ ਬਸ ਸਾਰਾ ਕੁਝ ਭਾਵੇਂ ਚਲੇ ਗਏ ਭਾਵੇਂ ਮੈਂ ਵੀ ਚਲਿਆ ਜਾ ਪਰ ਇਹ ਅਰਜ਼ ਹੈ ਮੇਰਾ ਸਾਥ ਤਾਂ ਸਾਡੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਨਾ ਮੇਰਾ ਸਾਥ ਸਾਡੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਨਾ ਮੇਰਾ ਸਾਥ ਸਾਡੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਨਾ ਮੇਰਾ ਸਾਥ ਸਾਡੀ ਨੀਂਦ ਸੋਵੇ ਮੇਰਾ ਭਾਵੇਂ ਕੱਖ ਨਾ सतगुरु कहते रहत प्यारी मुझको सिख प्यारा ना है सिख प्यारा ना है मम रहत प्यारी कहते रहनी रहे सोई सिख मेरा ओ साहिब ते मैं तो चेला है जेड़ा रहनी विच पूरा गुरु सतगुरु कहते हैं इधर मखो जरूर गुरु वाले बनो ऐसा गुरु के तो होर नहीं मिलना मां गुजरी तेरे चन वर्गा चन होर कोई नहीं हो सकता कोई है ही नहीं मां जेड़ा गुरु गोबिंद सिंह महाराज आ रहे मेरे बाजा वाले शहनशाह तू जोत अगमी तू छत धरम दी रख लई ला के सिरां दी थमी तेरी अमर कहानी पातशाह है बहुत ही लंबी तेरे वर्गा पुत्र कोई जम लवे ओ मां अजे जमी अजे तक मां ही नहीं आई जेड़ा गुरु गोबिंद सिंह महाराज जी आ जाता अगर वो कोई इतना बड़ा गुरु छड्ड के ਆਪਾਂ ਫਿਰ ਹੋਰ ਹੀ ਕਿਤੇ ਤੁਰੇ ਫਿਰਦੇ ਆ ਫਿਰ ਤੇ ਉਹੀ ਹਾਲ ਹੈ ਆਪਣੇ ਵਿਸ਼ੇਰਾ ਛੱਡ ਕੇ ਜਦੋਂ ਦੂਸਰੇ ਦੀ ਮੱਝ ਥੱਲੇ ਜਾਂਦਾ ਹੈ ਤੇ ਫਿਰ ਲੱਤਾਂ ਪੀਂਦੀਆਂ ਨੇ ਦੁੱਧ ਨਹੀਂ ਮਿਲਦਾ ਇਹ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਜਾਵਾਂਗੇ ਫਿਰ ਤਾਂ ਬਥੇਰੇ ਤੁਰੇ ਫਿਰਦੇ ਨੇ ਆਗਾ ਹੱਥ ਰੱਖ ਕੇ ਰੱਬ ਦਿਖਾ ਦਿੰਦੇ ਆ ਫਿਰ ਤੇ ਐਸੇ ਮਿਲ ਜਾਣਗੇ ਪਰ ਇਦਾਂ ਦਾ ਗੁਰੂ ਨਹੀਂ ਮਿਲਣਾ ਗੁਰੂ ਦੇ ਧਾਰਮਿਕ ਹੋਵੋ ਗੁਰੂ ਵਾਲੇ ਬਣੋ ਨਗਰੇ ਪੜਦੀ ਝੂਠ ਲਾ ਕੇ ਕਲਗੀ ਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ ਮਹਾਂਪੁਰਖਾਂ ਦਾ ਸਤਿਕਾਰ ਕਰੋ ਜਿਹੜੇ ਬੰਦਗੀ ਵਾਲੇ ਰੱਤੇ ਨੇ ਸਾਧੂ ਤੇ ਗੁਰਮੁਖੋ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਭਗਤ ਕਬੀਰ ਜੀ ਨੇ ਵੀ ਕਿਹਾ ਹੈ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਤੇ ਸੰਤ ਜਪਾਵੈ ਨਾਮ ਮਹਾਂਪੁਰਖਾਂ ਦਾ ਸਤਿਕਾਰ ਵੀ ਜ਼ਰੂਰ ਕਰਨਾ ਹੈ ਪਰ ਜੇ ਸਾਡੇ ਗੁਰੂ ਦੀ ਗੱਲ ਆ ਜਾਂਦੀ ਹੈ ਤੇ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਨਾਂ ਨੇ ਸਾਨੂੰ ਮੁਕਤ ਕਰਨਾ ਹੈ ਗੁਰਮੁਖੋ ਕਿਰਪਾ ਕਰਨੀਗੇ ਨਾਮ ਪੰਜ ਪਿਆਰੇ ਦਿੰਦੇ ਹੁੰਦੇ ਨੇ ਜੁਗਤੀ ਦਸਣੀ ਮਹਾਂਪੁਰਖ ਦੱਸਦੇ ਹੁੰਦੇ ਨੇ ਤੇ ਮੁਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਰਨਾ ਹੈ ਵੇਖੋ ਕਿੱਥੋਂ ਲਿਆ ਜਦੋਂ ਪੇਪਰ ਹੁੰਦਾ ਪੇਪਰ ਕੋਈ ਕਰਦਾ ਹੈ ਭੇਜਦਾ ਕੋਈ ਹੈ ਕਰਦਾ ਕੋਈ ਹੈ ਤੇ ਚੈੱਕ ਕਿਸੇ ਨੇ ਕਰਨੇ ਨੇ ਤੇ ਪਾਸ ਕਿਸੇ ਨੇ ਹੋਣਾ ਹੈ ਉੱਥੇ ਗੱਲ ਆਵੇਗੀ ਗੁਰਮੁਖੋ ਜੇ ਅਸੀਂ ਸੁਖੀ ਹੋਣਾ ਏ ਤੇ ਸਾਨੂੰ ਕੁਝ ਕਰਨਾ ਪਵੇਗਾ ਨਾ ਵੇਖੋ ਅਸੀਂ ਸੁਖ ਭੇਜਣੇ ਨੇ ਸਾਨੂੰ ਆਪ ਹੀ ਮਿਲਣੇ ਨੇ ਗੁਰਮੁਖੋ ਜੇ ਕਿਸੇ ਨੂੰ ਸੁਖੀ ਕਰੋਗੇ ਜਿੰਨੇ ਵੇਖਿਆ ਜੇ ਗੁਨਾਹ ਕਰੋਗੇ ਤੇ ਦੁੱਖ ਵੀ ਘੁੰਮ ਘੁਮਾ ਕੇ ਤੁਹਾਨੂੰ ਮਿਲਣੇ ਨੇ ਕਹਿਣਾ ਮੈਂ ਤੇ ਪਰਿਵਾਰ ਲਈ ਕੀਤਾ ਜੇ ਸੁੱਖ ਕੀਤੇ ਨੇ ਤੇ ਘੁੰਮ ਘੁਮਾ ਕੇ ਸੁੱਖ ਤੁਹਾਡੀ ਝੋਲੀ ਵਿੱਚ ਪੈਣੇ ਜਿੱਦਾਂ ਮਹਾਂਪੁਰਖ ਦੱਸਦੇ ਸਨ ਕਹਿੰਦੇ ਇੱਕ ਫਲ ਅੱਖਾਂ ਨੇ ਵੇਖਿਆ ਪਰ ਅੱਖਾਂ ਨੇ ਤੋੜਿਆ ਨਹੀਂ ਤੋੜਨ ਵਾਸਤੇ ਪੈਰ ਗਏ
ਪਰ ਪੈਰ ਨੇ ਤੋੜਿਆ ਨਹੀਂ ਤੋੜਿਆ ਹੱਥ ਨੇ ਖਾਦਾ ਨਹੀਂ ਖਾਦਾ ਮੂੰਹ ਨੇ। ਕਹਿੰਦੇ ਮੂੰਹ ਨੇ ਮੂੰਹ ਚ ਨਹੀਂ ਰੱਖਿਆ, ਉਹਨੇ ਢਿੱਡ ਚ ਚਲੇ ਗਿਆ। ਢਿੱਡ ਵਾਲੇ ਨੇ ਨਹੀਂ ਰੱਖਿਆ, ਉਹਨੇ ਬਾਹਰ ਕੱਢ ਦਿੱਤਾ। ਵੇਖਿਆ ਜਿਹਨੇ ਮਾਲੀ ਨੇ ਕਿ ਮੇਰਾ ਅੰਬ ਤੋੜ ਦਿੱਤਾ ਮਾਲ ਵਿੱਚੋਂ। ਤੇ ਗੁਰਮੁਖੋ ਉਸ ਵਕਤ ਮਾਲੀ ਆਇਆ, ਸੋਟੇ ਮਾਰੇ ਪਿੱਠ ਤੇ ਹੰਝੂ ਡਿੱਗਿਆ ਅੱਖ ਚ। ਹੰਝੂ ਤੇ ਅੱਖ ਚੋਂ ਵੇਖਿਆ ਕਿੰਨੇ ਸੀ? ਅੱਖ ਦੇ। ਤੇ ਕਸੂਰ ਜਦੋਂ ਆਪਣਾ ਹੈ, ਘੁੰਮ ਘੁਮਾ ਕੇ ਫਲ ਵੀ ਸਾਨੂੰ ਹੀ ਭੋਗਣਾ ਪੈਣਾ, ਕਿਸੇ ਹੋਰ ਨੇ ਨਹੀਂ ਕਹਿਣਾ ਲੈ ਮੈਂ ਆ ਜਾਂਦਾ ਕਿ ਲੇਖਾ ਸਾਡੇ ਤੋਂ ਮੰਗਣਾ ਹੈ। ਗੁਰਮੁਖੋ ਮਤ ਸ਼ਰਮਿੰਦਾ ਥੀ ਵਈ, ਫਰੀਦਾ ਚਾਰ ਗਵਾਇਆ ਹੱਟ ਕੇ, ਚਾਰ ਗਵਾਇਆ ਸਭ ਲਿਖਾ ਰੱਬ ਮਗੇਸੀਆ, ਤੂੰ ਆਹੋ ਕਿਹੜੇ ਕੰਮ। ਤੇ ਸਾਡੇ ਤੋਂ ਲੇਖਾ ਲੈਣਾ ਹੈ, ਬਸ ਜ਼ਿਆਦਾ ਨਹੀਂ, ਜਿੰਨਾ ਕੁ ਕਰਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਨਾਲ ਜਾਇਆ ਕਰੋ। ਇਹ ਨਹੀਂ ਕਿ ਗ੍ਰੰਥੀ ਦੀ ਡਿਊਟੀ ਹੈ, ਕਈ ਵਾਰੀ ਵੇਖਿਆ ਇੱਕ ਹੱਥ ਨਾਲ ਚੌਰ ਗ੍ਰੰਥੀ ਇਕੱਲਾ ਹੀ ਕਰਦਾ ਹੁੰਦਾ। ਤੇ ਗੁਰਮੁਖੋ ਉੱਠੋ ਨਾਲ। ਉਹਨਾਂ ਦੇ ਇੱਕ ਨੇ ਪਿੰਡ ਵਾਲੇ ਕਮ ਸੇ ਕਮ ਇੰਨੇ ਹੁੰਦੇ ਨੇ, ਜੇ ਵੋਟਾਂ ਵੇਖੋ ਤੇ ਗੁਰਮੁਖੋ 100-200 ਵੋਟ ਇੱਕ ਪਿੰਡ ਦੀ, ਇਸ ਤੋਂ ਜ਼ਿਆਦਾ ਹੀ ਹੋਣੀ ਹੈ। ਤੇ ਪਰ ਕਹਿੰਦੇ ਜਦੋਂ ਗੁਰੂ ਦੇ ਮਹਾਰਾਜ ਦੇ ਹਾਜ਼ਰੀ ਲੱਗਦੀ ਉਦੋਂ ਆਪਾਂ ਕੋਈ ਵੀ ਨਹੀਂ ਹੁੰਦੇ, ਉਦੋਂ ਸਾਰੇ ਗੈਰ ਹਾਜ਼ਰ ਹੈ। ਤੇ ਫਿਰ ਕਾਹਦੀਆਂ ਵੋਟਾਂ ਨੇ? ਅਸਲੀ ਵੋਟ ਤਾਂ ਇੱਥੇ ਪੈਂਦੀ ਹੈ, ਉਹ ਤਾਂ ਲੱਗਣੀ ਨੇ, ਬਦਲ ਜਾਣੇ ਨੇ। ਤੁਸੀਂ ਹੁਣ ਪਾ ਦਿਓ, ਹੁਣ ਕਰਨਗੇ ਜੀ ਪਾ ਦਿਓ ਬਦਲ ਜਾਣਗੇ। ਇੱਥੇ ਵੋਟ ਪਾ ਕੇ ਵੇਖੋ ਕਦੇ ਬਦਲਗੇ ਨਹੀਂ, ਜੋ ਮੰਗੇਗਾ ਉਹ ਮਿਲੇਗਾ। ਗੁਰਮੁਖੋ ਅਸਲੀ ਵੋਟ ਦੇ ਹੱਕਦਾਰ ਨੇ। ਹਾਜ਼ਰੀ ਜ਼ਰੂਰ ਲਵਾਇਆ ਕਰੋ। ਜੇ ਪਿੰਡ ਦਾ ਗੁਰਦੁਆਰਾ ਹੈ ਨਹੀਂ ਕਿ ਮੈਂ ਨਹੀਂ ਜਾਣਾ, ਸਾਰੇ ਜਾਣੇ ਜਾ ਕੇ ਨਮਸਕਾਰ ਕਰੋ। 5 ਮਿੰਟ 10 ਮਿੰਟ ਲਾਇਆ ਕਰੋ, ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਦਰ ਪ੍ਰਵਾਨ ਕਰਨ। ਸਾਰੀ ਸੰਗਤ ਨੂੰ ਜੀ ਆਇਆਂ ਧੰਨਵਾਦ ਕਰਦਾ ਹੈ। ਦਾਸ ਵੱਲੋਂ ਜਥੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ। ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਗੁਰਮੁਖੋ ਭਾਈ ਸਾਹਿਬ ਹੋਣਾ ਤੇ ਸਾਰੇ ਪਰਿਵਾਰ ਤੇ ਸਤਿਗੁਰੂ ਕਿਰਪਾ ਰੱਖਣ। ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚਰਨ ਗ੍ਰਹਿ ਵਿਖੇ ਸਤਿਗੁਰੂ ਅੱਗੇ ਤੋਂ ਵੀ ਮੌਕਾ ਦੇਣ, ਇਸੇ ਤਰ੍ਹਾਂ ਆਪਣੀ ਸੇਵਾ ਲੈਣ। ਗੁਰਮੁਖੋ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਿਓ। ਸਤਿਗੁਰੂ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ, ਚਰਨਾਂ ਨਾਲ ਜੋੜ ਕੇ ਰੱਖਣ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਦੇ ਛਤਰ ਛਾਇਆ ਹੇਠ ਆਪਾਂ ਬੈਠ ਕਰਕੇ ਇਹ ਪ੍ਰੋਗਰਾਮ ਰੱਖਿਆ ਗਿਆ ਹੋਇਆ ਹੈ। ਸਤਿਗੁਰੂ ਨੇ ਕਿਰਪਾ ਰਹਿਮਤ ਵਰਤਾਈ। ਉਹਦਾ ਪ੍ਰੋਗਰਾਮ ਜਿਸਕਾ ਕੀਆ जिसका कारज जिन ही किया मानस क्या ਆਪਾਂ ਜਾਂ ਤੁਸੀਂ ਅਸੀਂ ਇਹਦੇ ਵਿੱਚ ਹੀ ਹੈ ਨਹੀਂ, ਉਹਦਾ ਕਾਰਜ ਉਹਨੇ ਕਰ ਰਿਹਾ, ਉਹਨੇ ਕਿਰਪਾ ਵਰਤਾਈ। ਬਸ ਮਲਾ ਆਪ ਮਾਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਰਹਿਮਤ ਉਹ ਆਪੇ ਕਰ ਦਿੰਦਾ ਹੈ। ਤੇ ਗੁਰਮੁਖੋ ਜੇ ਮਿਹਨਤ ਨਹੀਂ ਤੇ ਫਿਰ ਰਹਿਮਤ ਵੀ ਨਹੀਂ ਹੁੰਦੀ, ਪਹਿਲਾਂ ਮਿਹਨਤ ਤੇ ਫਿਰ ਰਹਿਮਤ ਹੋ ਜਾਂਦੀ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ। ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਪ੍ਰਵਾਨ ਕਰਨ, ਗੁਰਸਿੱਖੀ ਨਾਲ ਜੋੜ ਕੇ ਮਨੋਕਾਮਨਾ ਗੁਰਮਤਿ ਅਨੁਸਾਰ ਸਤਿਗੁਰੂ ਸਾਰਿਆਂ ਦੀਆਂ ਪੂਰੀਆਂ ਕਰਨ। ਸਾਰੀ ਸੰਗਤ ਦਾ ਧੰਨਵਾਦ। ਦੁਆਰਾ ਤੋਂ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਇੰਨਾ ਚਿਰ ਬੋਲਦਿਆਂ ਹੋਇਆਂ ਜੇ ਮੇਰੇ ਬੋਲਣ ਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ, ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ ਵਿੱਚ ਪਾ ਦਿਓ। ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਰੱਖਣ। ਗੁਰਸਿੱਖੀ ਦਾ ਪ੍ਰਚਾਰ, ਗੁਰੂ ਦਾ ਪ੍ਰਚਾਰ ਇਸੇ ਤਰ੍ਹਾਂ ਕਰਦੇ ਜ਼ਿੰਦਗੀ ਲੰਘ ਜਾਏ। ਇਹੋ ਹੀ ਬੇਨਤੀ ਹੈ ਗੁਰਮੁਖੋ। ਸਤਿਗੁਰੂ ਜ਼ਰੂਰ ਪ੍ਰਵਾਨ ਕਰਨਗੇ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ, ਇਹ ਕਿਰਪਾ ਸਾਰੀ ਤੁਹਾਨੂੰ ਪਤਾ ਹੀ ਹੈ, ਦੱਸਣ ਦੀ ਲੋੜ ਨਹੀਂ। ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਸੱਚਖੰਡ ਵਾਸੀ ਸੰਤ ਬਾਬਾ ਸਰਬੀਰ ਸਿੰਘ ਜੀ, ਉਹਨਾਂ ਨੇ ਕੂੜਿਆਂ ਤੋਂ ਚੱਕ ਕੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਬਹਾ ਦਿੱਤਾ, ਰੱਬ ਦੀ ਹਜ਼ੂਰੀ ਵਿੱਚ ਬਹਾ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਹਿਣ ਦੇ ਯੋਗ ਬਣਾ ਦਿੱਤਾ। ਉਹਨਾਂ ਦੀ ਕਿਰਪਾ ਹੈ। ਸੰਗਤ ਪਿਆਰ ਕਰਦੀ ਹੈ, ਤੁਹਾਡੀ ਕਿਰਪਾ ਸਾਰੀਆਂ ਸੰਗਤ ਦੀਆਂ ਅਸੀਸਾਂ ਨਾਲ ਨੇ। ਇਸੇ ਤਰ੍ਹਾਂ ਗੁਰੂ ਦਾ ਪ੍ਰਚਾਰ, ਗੁਰੂ ਦੇ ਗੁਣ ਗਾਉਂਦੇ ਰਹੀਏ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਪਿਆਰ ਨਾਲ ਸਾਰੇ ਆਨੰਦ ਸਾਹਿਬ ਦੀ ਬਾਣੀ ਗਾਈਏ ਜੀ। ਜਿਹੜੇ ਧਾਰਨਾ ਵਿੱਚ ਨਹੀਂ ਬੋਲੇ ਉਹ ਆਨੰਦ ਸਾਹਿਬ ਦੀ ਬਾਣੀ ਵਿੱਚ ਬੋਲ ਕੇ ਸਾਰੇ ਜਾਣੇ ਆਪੋ ਆਪਣੀਆਂ ਹਾਜ਼ਰੀਆਂ ਸਤਿਗੁਰੂ ਦੇ ਚਰਨਾਂ ਵਿੱਚ ਲਵਾਓ ਜੀ। ਕੋਈ ਰਸਨਾ ਵਾਢੀ ਨਾ ਰਵੇ, ਸਾਰਿਆਂ ਨੇ ਮਿਲ ਕੇ ਆਨੰਦ ਸਾਹਿਬ ਦੀ ਬਾਣੀ ਪੜ੍ਹਨੀ ਹੈ। ਫਿਰ ਅਰਦਾਸ ਬੇਨਤੀ ਹੁਕਮਨਾਮੇ ਹੋਣਗੇ। ਆਓ ਫਿਲਹਾਲ ਸਾਰੇ ਜਣੇ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਪੜ੍ਹੀਏ। ਰਾਮਕਲੀ ਮਹੱਲਾ ਤੀਜਾ ਆਨੰਦ। ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ ਤੁਮ ਪਏ ਅਰਦਾਸ ਜਿਓ, तुम मात पिता हम बारक तेरे, मंत्र कर पाऊंगे मेरी मंत्र सगल समगरी तुमरे नानक दास